ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ। ਮਾਨਸ ਕੀ ਗਤ ਹੀ ਕੋਟ ਪਰਾਧ ਹਮਾਰੇ ਖੰਡੋ। ਅਨੇਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ। ਹਮ ਅਗਿਆਨ ਅਲਪ ਮਤ ਥੋਰੀ। ਤੁਮ ਆਪਨ ਵਿਰਦ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸਜਨ ਸੋਹਿਲੇ, ਰਾਖੋ ਰਾਖਣ ਹਾਰ ਦਇਆਲਾ। ਨਾਨਕ ਕਰ ਕੇ ਗੋਲੇ, ਸਾ ਧਰਤੀ ਭਈ ਹਰਿਆਵਲੀ। ਜਿੱਥੇ ਮੇਰਾ ਸਤਿਗੁਰ ਬੈਠਾ ਏ, ਸਿਜੰਤ ਭਏ ਹਰਿਆਵਲੇ। ਜਿਨਿ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ। ਜਿਨ ਗੁਰੂ ਜਣਿਆ ਮਾਏ। ਪਰਮ ਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਿਕ। ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਇੱਕ ਵਾਰ ਫਿਰ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਅਸ਼ਟਮ ਬਲਵੀਰਾ ਧੰਨ ਧੰਨ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ। ਨੌਵੇਂ ਗੁਰਦੇਵ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਤੇ ਸਤਿਗੁਰੂ ਜੀਆਂ ਨੇ ਆਪ ਕਿਰਪਾ ਬਖਸ਼ਿਸ਼ ਕਰਕੇ
ਉਦਮ ਮਤ ਔਰ ਪ੍ਰੇਰਨਾ ਆਪ ਸਮੂਹ ਸੰਗਤਾਂ ਨੂੰ, ਪ੍ਰਬੰਧਕਾਂ ਨੂੰ ਔਰ ਇਸ ਸੁਸਾਇਟੀ ਦੇ ਸਮੂਹ ਮੈਂਬਰਾਂ ਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਾਂ ਸਾਰਿਆਂ ਤੋਂ ਹਾਜ਼ਰੀ ਲੈ ਰਹੇ ਹਨ, ਕਿਉਂਕਿ ਸਾਧ ਸੰਗਤ ਮਨੁੱਖ ਦੇ ਵੱਸ ਦੀ ਗੱਲ ਨਹੀਂ। ਉਹ ਧਰਮ ਦਾ ਕੋਈ ਕਰਮ ਕਰ ਸਕੇ, ਸਤਿਗੁਰ ਦੀ ਦਇਆ ਦ੍ਰਿਸ਼ਟੀ ਹੋਵੇ ਤਾਂ ਤੁਸੀਂ ਕਰ ਸਕਦੇ ਹੋ। ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਿਹਾ, ਸਰੀਰ ਇੱਕ ਸਾਜ਼ ਹੈ। ਤੁਸੀਂ ਕੀਰਤਨ ਸੁਣਿਆ ਹਾਰਮੋਨੀਅਮ ਦੇ ਰਾਹੀਂ। ਦੁਨੀਆ ਦੇ तमाम ਰਾਗ 7 ਸੁਰਾਂ ਵਿੱਚ ਬੰਦ ਹੋ ਜਾਂਦੇ ਨੇ। ਜਿੰਨੇ ਵੀ ਰਾਗ ਨੇ ਉਹ 7 ਸੁਰਾਂ ਵਿੱਚ ਭਰੇ ਨੇ, ਪਰ ਸਾਧ ਸੰਗਤ ਤੋਂ ਸਾਜ਼ ਵਿੱਚੋਂ ਰਾਗ ਉਹੀਓ ਬਾਹਰ ਵੱਜਦਾ ਹੈ ਜਿਹੜਾ ਵਜਾਉਣ ਵਾਲਾ ਵਜਾਉਂਦਾ, ਨਹੀਂ ਤੇ ਸਾਜ਼ ਤੇ ਚੁੱਪ ਪਿਆ। ਏਦਾਂ ਸਰੀਰ ਇੱਕ ਸਾਜ਼ ਹੈ। ਜਿੰਨੀ ਦੇਰ ਕਰਤਾ ਪੁਰਖ ਸਤਿਗੁਰੂ ਨਦਰ ਦ੍ਰਿਸ਼ਟੀ ਕਰਕੇ ਇਹਦੇ ਕੋਲੋਂ ਕਰਮ ਨਾ ਕਰਾਵੇ, ਇਹ ਸਰੀਰ ਧਰਮ ਦਾ ਕਰਮ ਨਹੀਂ ਕਰ ਸਕਦਾ। ਸਾਹਿਬ ਨੇ ਬਚਨ ਕਹੇ, ਉਦਮ ਮਤ ਪ੍ਰਭ ਅੰਤਰ ਜਾਮੀ, ਜਿਉ ਪ੍ਰੇਰੇ ਤਿਉ ਕਰਨਾ, ਜਿਉ ਨਟੂਆ ਤੰਤ ਬਜਾਏ, ਤੰਤੀ ਤਿਉ ਬਾਜੈ ਜੰਤ ਜਨਾ। ਸਤਿਗੁਰ ਜੀ ਦਾ ਸ਼ੁਕਰਾਨਾ ਹੈ, ਉਹਨੇ ਸਾਡੇ ਸਰੀਰ ਰੂਪੀ ਸਾਜ਼ ਤੋਂ ਧਰਮ ਦਾ ਰਾਗ ਕਢਾ ਰਿਹਾ ਹੈ, ਧਰਮ ਦੇ ਕਰਮ ਕਰਾ ਰਿਹਾ ਹੈ। ਕਿਉਂਕਿ ਇਹ ਸਰੀਰ ਸਭ ਧਰਮ ਹੈ। ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਹਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੇ ਖੋਤ। ਸਤਿਗੁਰ ਦੀ ਨਦਰ ਦ੍ਰਿਸ਼ਟੀ ਹੋਈ ਹੈ। ਆਓ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਵਡਿਆਈ ਵਿੱਚ ਆਪਣੀ ਸੁਰਤ ਜੋੜੀਏ। ਕੋਈ ਵੀ ਰਸਨਾ ਬੰਝੀ ਨਾ ਰਵੇ। ਇੱਕ ਵਾਰ ਲਵਾਓ ਹਾਜ਼ਰੀ ਤੇ ਅਸੀਸ ਬਖਸ਼ੋ। ਦੋਵੇਂ ਹੱਥ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖਿਆ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਧਰਤੀ ਤੇ ਤੁਸੀਂ ਬੈਠੇ ਹੋ ਸਾਧ ਸੰਗਤ, ਇੱਕ ਵਿਦਵਾਨ ਲਿਖਦਾ ਹੈ, ਸਦੀਆਂ ਪਹਿਲਾਂ ਇਸ ਚੌਂਕ ਦਾ ਨਾਮ ਚਾਂਦਨੀ ਚੌਂਕ ਸੀ। ਕਾਗਜ਼ਾਂ ਵਿੱਚ ਤੇ ਅੱਜ ਵੀ ਹੈ। ਔਰ ਸਾਧ ਸੰਗਤ, ਇਹ ਚੌਂਕ ਪਤਾ ਕਿਉਂ ਮਸ਼ਹੂਰ ਸੀ? ਬਿਲਕੁਲ ਸ਼ਾਹੀ ਕਿਲੇ ਦੇ ਸਾਹਮਣੇ ਇਹ ਚੌਂਕ ਹੈ। ਮੇਰੇ ਨਾਲੋਂ ਵੱਧ ਤੁਹਾਨੂੰ ਪਤਾ ਹੈ। ਇਤਿਹਾਸ ਵਿੱਚ ਸਦੀਆਂ ਪਹਿਲਾਂ ਇਹ ਚੌਂਕ ਇਸ ਲਈ ਮਸ਼ਹੂਰ ਸੀ ਕਿ ਸਰਕਾਰੀ ਖਰਚ ਉੱਤੇ ਇਸ ਜਗ੍ਹਾ ਉੱਤੇ ਸਾਧ ਸੰਗਤ ਦੇਸੀ ਘਿਓ ਦੇ ਦੀਪਕ ਜਗਦੇ ਸਨ। ਇਹ ਚੌਂਕ ਚਾਨਣ ਨਾਲ ਭਰਿਆ ਹੁੰਦਾ ਸੀ। 4 ਸਵੇਰੇ ਮਸ਼ਾਲਾਂ ਜਗਦੀਆਂ ਸਨ। ਸ਼ਾਹੀ ਲੋਕ, ਰਾਜੇ ਰਾਣੀਆਂ ਇਸ ਚੌਂਕ ਵਿੱਚ ਸੈਰ ਕਰਦੇ ਸਨ। ਪਰ ਸਾਧ ਸੰਗਤ, ਸਦੀਆਂ ਪਹਿਲਾਂ ਇਹ ਚੌਂਕ ਦੀਵਿਆਂ ਦੀ ਚਾਨਣੀ ਕਰਕੇ ਮਸ਼ਹੂਰ ਸੀ। ਉਹ ਦੀਵੇ 20 ਕਦੋਂ ਦੇ ਬੁਝ ਗਏ। ਉਹ ਦੀਵੇ ਜਗਾਉਣ ਵਾਲੇ ਲੋਕ ਕਦੋਂ ਦਾ ਉਹਨਾਂ ਦਾ ਨਾਮ ਇਸ ਧਰਤੀ ਤੋਂ ਮਰ ਮਿਟ ਗਿਆ। ਪਰ ਸਾਧ ਸੰਗਤ, ਜੇ ਇਹ ਚੌਂਕ ਸਦੀਵੀ ਕਾਲ ਵਾਸਤੇ, ਸਦਾ ਵਾਸਤੇ ਅਮਰ ਹੋਇਆ, ਜੇ ਇਸ ਚੌਂਕ ਦੀ ਮਸ਼ਹੂਰੀ ਤੇ ਇਸ ਚੌਂਕ ਦੀ ਵਡਿਆਈ ਸਦਾ ਵਾਸਤੇ ਹੋਈ ਹੈ, ਇਹ ਹੁਣ ਦੀਵਿਆਂ ਦੀ ਚਾਨਣੀ ਕਰਕੇ ਨਹੀਂ, ਸਾਧ ਸੰਗਤ, ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਕਰਕੇ ਹੈ। ਦੁਨੀਆ ਵਿੱਚ ਇਸ ਤਰ੍ਹਾਂ ਦੀਆਂ ਲੱਖਾਂ ਜਗ੍ਹਾ ਬਣੀਆਂ ਨੇ। ਰਾਜਿਆਂ ਦੇ ਮਰਨ ਤੋਂ ਬਾਅਦ ਉਹ ਕਿਲੇ ਖੰਡਰ ਹੋ ਗਏ। ਰਾਜਿਆਂ ਦੇ ਜਾਣ ਤੋਂ ਬਾਅਦ ਉਹਨਾਂ ਮਹਿਲਾਂ ਨੂੰ ਕਿਸੇ ਨਹੀਂ ਪੁੱਛਿਆ। ਪਰ ਸਾਧ ਸੰਗਤ, ਇਹ ਧਰਤੀ ਸਦਾ ਵਾਸਤੇ ਅਮਰ ਤੇ ਚਾਨਣ ਨਾਲ ਭਰ ਗਈ। ਕਿਉਂ? ਇਸ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਔਰ ਸਤਿਗੁਰ ਦੇ 3 ਪਿਆਰੇ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ। ਕਦੇ ਉਹ ਦੀਵੇ ਜਿਹੜੇ ਕੱਲੇ ਦੇਸੀ ਤੇਲ ਜਾਂ ਘਿਓ ਨਾਲ ਜਗਦੇ ਸਨ, ਪਲਾਂ ਬਾਅਦ ਸਾਧ ਸੰਗਤ, ਰਾਤ ਵਿੱਚ ਉਹ ਤੇਲ ਮੁੱਕ ਜਾਣਾ, ਦੀਵੇ ਬੁੱਝ ਜਾਣੇ, ਇਹ ਚੌਂਕ ਫਿਰ ਹਨੇਰੇ ਨਾਲ ਭਰ ਜਾਣਾ। ਪਰ ਜਦੋਂ ਦਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਹਾਦਤ ਦੇ ਕੇ ਆਪ ਔਰ ਆਪਣੇ ਸਿੱਖਾਂ ਦੀ ਰੱਤ ਇਸ ਧਰਤੀ ਤੇ ਪਾਈ ਹੈ, ਸਦੀਵੀ ਕਾਲ, ਸਦੀਆਂ ਗੁਜ਼ਰ ਗਈਆਂ ਨੇ, ਸਦੀਆਂ ਗੁਜ਼ਰ ਜਾਣਗੀਆਂ, ਇਸ ਧਰਤੀ ਦਾ ਚਾਨਣ ਕਦੇ ਘਟ ਨਹੀਂ ਹੋਏਗਾ। ਉਹ ਵਿਦਵਾਨ ਲਿਖਦਾ ਹੈ
ਕਹਿੰਦਾ ਦਿੱਲੀ ਦੇ ਅੱਜ ਵੀ ਚਾਂਦਨੀ ਚੌਂਕ ਅੰਦਰ ਲੋਕੀ ਰੋਜ਼ ਉਹਦੀਆਂ ਗੱਲਾਂ ਵਿੱਚ ਰੁੱਝ ਜਾਂਦੇ, ਪਰ ਜਦੋਂ ਤੇਗ ਬਹਾਦਰ ਦਾ ਨਾਂ ਆਉਂਦਾ ਦੀਵੇ ਚਾਨਣੀ ਚੌਂਕ ਦੇ ਬੁੱਝ ਜਾਂਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਵਡਿਆਈ ਕਰਕੇ ਇਸ ਧਰਤੀ ਨੂੰ ਨਮਸਕਾਰ ਹੈ। ਸਾਧ ਸੰਗਤ, ਸਤਿਗੁਰ ਦੇ ਦਰ ਤੇ ਤੁਸੀਂ ਜੁੜ ਬੈਠੇ ਹੋ। ਜਿਹੜੀ ਗੱਲ ਵੀਰ ਜੀ ਤੁਹਾਨੂੰ ਕਹਿ ਰਹੇ ਸਨ, ਇਹ ਗੁਰਮਤਿ ਦਾ ਬੜਾ ਗਹਿਰਾ ਸੰਦੇਸ਼ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਨਾ ਸਨਿਓਟੀ ਹੈ ਨਾ ਰਿਜ਼ਰਵੇਸ਼ਨ ਹੈ। ਦੋਵੇਂ ਚੀਜ਼ਾਂ ਰੱਦ ਕੀਤੀਆਂ ਗਈਆਂ ਸ਼ੁਰੂ ਤੋਂ। ਸਾਧ ਸੰਗਤ, ਦੁਨੀਆ ਦੇ ਹਰ ਖਿੱਤੇ ਵਿੱਚ ਹਰ ਜੋਬ ਉੱਤੇ ਸਨਿਓਰਟੀ ਤੇ ਰਿਜ਼ਰਵੇਸ਼ਨ ਕੰਮ ਕਰਦੀ ਹੈ। ਪਰ ਮਾਫ ਕਰਿਓ, ਮੈਂ ਇੱਕ ਦਿਨ ਦਰਬਾਰ ਸਾਹਿਬ ਤੋਂ ਵੀ ਇਹ ਬੇਨਤੀ ਕਹੀ, ਬੰਦਾ ਆਪਣੀ ਅਕਲ ਸਮਝ ਜਾਂ ਅਕੈਡਮਿਕ ਐਜੂਕੇਸ਼ਨ ਦੇ ਨਾਲ ਤੁਸੀਂ ਦੁਨੀਆ ਦੀ ਵਿਆਖਿਆ ਕਰ ਸਕਦੇ ਹੋ, ਸੰਸਾਰ ਦੇ ਗਿਆਨ ਦੀ ਗੱਲ ਕਰ ਸਕਦੇ ਹੋ, ਪਰ ਸਾਧ ਸੰਗਤ ਗੁਰੂ ਦੀ ਵਿਆਖਿਆ ਦੁਨੀਆ ਦੇ ਗਿਆਨ ਨਾਲ ਨਹੀਂ ਹੋ ਸਕਦੀ। ਗੁਰੂ ਦੀ ਵਿਆਖਿਆ ਇਹ ਅਕੈਡਮਿਕ ਐਜੂਕੇਸ਼ਨ ਨਾਲ ਹੋਏ ਨਹੀਂ ਸਕਦੀ। ਜੇ ਤੁਸੀਂ ਬਾਹਰੀ ਗਿਆਨ ਨਾਲ ਕਹੋਗੇ ਗੁਰੂ ਦੀ ਵਿਆਖਿਆ ਕਰਨੀ ਤਾਂ ਵਿਆਖਿਆ ਹੋ ਨਹੀਂ ਸਕੇਗੀ। ਵਿਆਖਿਆ ਉਸ ਚੀਜ਼ ਦੀ ਹੁੰਦੀ ਹੈ ਸਾਧ ਸੰਗਤ ਜਿਹੜੀ ਚੀਜ਼ ਸੀਮਾ ਵਿੱਚ ਵੱਜੀ ਹੋਵੇ। ਤੁਹਾਡਾ ਸ਼ਹਿਰ ਸੀਮਾ ਵਿੱਚ ਹੈ, ਜਮਨਾ ਟੱਪ ਜਾਓ ਇਲਾਕਾ ਹੋਰ ਸ਼ੁਰੂ ਹੋ ਜਾਂਦਾ, ਬਾਹਰਲਾ ਆ ਗਾਜੀਪੁਰ ਵੱਡ ਟੱਪੋ ਇਹ ਸਟੇਟ ਹੋਰ ਸ਼ੁਰੂ ਹੋ ਜਾਂਦੀ ਹੈ। ਇਹ ਜਗ੍ਹਾ ਸੀਮਾ ਵਿੱਚ ਹੈ, ਇਹਦੀ ਵਿਆਖਿਆ ਕੀਤੀ ਜਾ ਸਕਦੀ ਹੈ। ਇੱਥੇ ਕਿੰਨੇ ਲੱਖਾਂ ਲੋਕ ਰਹਿੰਦੇ ਨੇ, ਕਿੰਨੇ ਪੈਟਰੋਲ ਪੰਪ ਨੇ, ਕਿੰਨੇ ਕਾਲਜ, ਕਿੰਨੇ ਸਕੂਲ, ਕਿੰਨੇ ਹਸਪੀਟਲ ਨੇ। ਸ਼ਹਿਰ ਦੀ ਵਿਆਖਿਆ ਹੋ ਸਕਦੀ ਹੈ, ਦੇਸ਼ ਦੀ ਵਿਆਖਿਆ ਹੋ ਸਕਦੀ ਹੈ, ਦੁਨੀਆ ਦੀ ਵਿਆਖਿਆ ਕੀਤੀ ਜਾ ਸਕਦੀ ਹੈ, ਪਰ ਸਾਧ ਸੰਗਤ ਗੁਰੂ ਦੀ ਵਿਆਖਿਆ ਨਹੀਂ ਹੋ ਸਕਦੀ। ਕਿਉਂ? ਗੁਰੂ ਸੀਮਾ ਵਿੱਚ ਨਹੀਂ, ਗੁਰੂ ਅਸੀਮ ਹੈ। ਜਿਹੜੀ ਚੀਜ਼ ਅਸੀਮ ਹੋ ਜਾਏ ਉਹਦੀ ਸਾਧ ਸੰਗਤ ਵਿਆਖਿਆ ਨਹੀਂ, ਸਿਰਫ ਵਡਿਆਈ ਕੀਤੀ ਜਾ ਸਕਦੀ। ਪਾਤਸ਼ਾਹ ਨੇ ਬਚਨ ਕਹੇ, ਦੁਨੀਆ ਦੇ ਲੋਕੋ ਨਾਮ ਦੀ ਵਿਆਖਿਆ ਨਹੀਂ, ਨਾਮ ਦੀ, ਰੱਬ ਦੇ ਨਾਮ ਦੀ ਸਿਰਫ ਵਡਿਆਈ ਹੁੰਦੀ ਹੈ। ਗੁਰੂ ਦੀ ਵਿਆਖਿਆ ਨਹੀਂ, ਗੁਰੂ ਦੀ ਸਿਰਫ ਵਡਿਆਈ ਕੀਤੀ ਜਾ ਸਕਦੀ ਹੈ। ਨਾਮ ਜਪਣ ਵਾਲੇ ਸੰਤ ਦੀ ਵਿਆਖਿਆ ਨਹੀਂ, ਸੰਤ ਦੀ ਸਿਰਫ ਤੇ ਸਿਰਫ ਵਡਿਆਈ ਹੋ ਸਕਦੀ ਹੈ। ਕਿਉਂਕਿ ਦੁਨੀਆ ਵਿੱਚ ਨਦੀਆਂ ਦਰਿਆ ਵਗਦੇ ਨੇ, ਦਰਿਆਵਾਂ ਤੇ ਨਦੀਆਂ ਦੀ ਵਿਆਖਿਆ ਹੁੰਦੀ ਹੈ, ਉਹਦਾ ਨਾਮ ਰੱਖਿਆ ਜਾਂਦਾ ਹੈ। ਆ ਜਮਨਾ ਹੈ, ਆ ਗੰਗਾ, ਆ ਸਰਸਵਤੀ, ਗੋਦਾਵਰੀ, ਦਰਿਆਵਾਂ ਦੀ ਵਿਆਖਿਆ ਇਹ ਵਿਆਸ ਹੈ, ਸਤਲੁਜ ਹੈ। ਸਾਧ ਸੰਗਤ, ਨਦੀਆਂ ਦੀ ਵਿਆਖਿਆ ਹੋ ਸਕਦੀ ਹੈ, ਦਰਿਆਵਾਂ ਦੀ ਵਿਆਖਿਆ ਹੋ ਸਕਦੀ। ਕਿਉਂ? ਉਹ ਸੀਮਾ ਵਿੱਚ ਹੈ ਭਾਈ, ਅੱਗੇ ਜਾ ਕੇ ਸੀਮਾ ਮੁੱਕ ਜਾਂਦੀ ਹੈ, ਉਹ ਕਿਸੇ ਬੰਧਨ ਵਿੱਚ ਹੈ। ਪਰ ਮਾਫ ਕਰਿਓ, ਜਦੋਂ ਉਹ ਨਦੀਆਂ, ਨਾਲਿਆਂ, ਦਰਿਆਵਾਂ ਦਾ ਜਲ ਜਾ ਕੇ ਕਿਸੇ ਸਮੁੰਦਰ ਵਿੱਚ ਮਿਲ ਜਾਂਦਾ ਹੈ, ਸਾਗਰ ਦੀ ਵਿਆਖਿਆ ਨਹੀਂ, ਉਹਨੂੰ ਕਦੇ ਨਹੀਂ ਕਹਿੰਦੇ ਇਹ ਗੰਗਾ, ਜਮਨਾ, ਸਰਸਵਤੀ ਦਾ ਪਾਣੀ ਹੈ, ਉਹਨੂੰ ਇੱਕੋ ਕਹਿੰਦੇ ਨੇ ਇਹ ਸਾਗਰ ਦਾ ਪਾਣੀ ਹੈ। ਏਦਾਂ ਸਾਧ ਸੰਗਤ, ਦੁਨੀਆ ਵਿੱਚ ਸੀਮਾ ਵਿੱਚ ਚੱਲਣ ਵਾਲਿਆਂ ਦੀ ਵਿਆਖਿਆ ਹੋ ਸਕਦੀ ਹੈ, ਅਸੀਮ ਹੋ ਜਾਏ ਉਹਦੀ ਕੋਈ ਵਿਆਖਿਆ ਨਹੀਂ ਹੈ। ਸਾਹਿਬ ਨੇ ਜਪਜੀ ਸਾਹਿਬ ਅੰਦਰ ਕਿਹਾ, ਤੁਹਾਨੂੰ ਬਚਨ ਯਾਦ ਹੈ, ਜਿੱਥੇ ਹਜ਼ੂਰ ਕਹਿੰਦੇ ਸਾਲਾਂ ਹੀ ਸਾਲਾ, ਪੜੋ ਇੱਕ ਵਾਰ, ਸਾਲਾਂ ਹੀ ਸਾਲਾ ਇਤੀ ਸੁਰਤਨ ਨਦੀਆਂ ਅਤੇ ਵਾਹ ਵਿੱਚ ਪੈ ਜਾਣ। ਸਾਧ ਸੰਗਤ, ਉਹਨਾਂ ਦੀ ਵਿਆਖਿਆ ਨਹੀਂ, ਫਿਰ ਵਡਿਆਈ ਹੁੰਦੀ ਹੈ। ਕਿਉਂ? ਉਹ ਅਸੀਮ ਹੋ ਗਏ। ਏਦਾਂ ਗੁਰੂ ਦੀ ਵਿਆਖਿਆ ਵਾਰੀ ਅਕੈਡਮਿਕ ਐਜੂਕੇਸ਼ਨ ਨਾਲ ਹੋਏ ਨਹੀਂ ਸਕਦੀ। ਜਿਹੜੀ ਚੀਜ਼ ਨੂੰ ਦੁਨੀਆ ਕਹਿੰਦੀ ਹੈ ਇੰਪੋਸੀਬਲ, ਗੁਰੂ ਉਹਨੂੰ ਪੋਸੀਬਲ ਕਰਕੇ ਵਿਖਾ ਦਿੰਦਾ। ਜਿਹਨੂੰ ਦੁਨੀਆ ਦੀ ਮੈਡੀਕਲ ਸਾਇੰਸ ਕਹੇਗੀ ਇਹ ਹੋਏ ਨਹੀਂ ਸਕਦਾ, ਉਹਨੂੰ ਗੁਰੂ ਕਰਕੇ ਵਿਖਾ ਦਿੰਦਾ। ਇਹਦੀ ਵਿਆਖਿਆ ਬਾਹਰੀ ਗਿਆਨ ਨਾਲ ਨਹੀਂ ਹੋ ਸਕਦੀ ਕਿ ਪਿੰਗਲ ਪਰਵਤ ਪਹਾੜ ਪਰੇ, ਖਲ ਚਤਰ ਵਕੀਤਾ, ਅੰਧਲੇ ਤਿਰ ਭਵਨ ਸੁਝਿਆ, ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗਹਰੇ, ਨਿਰਮਲ ਭੈ ਚੀਤਾ। ਪਿੰਗਲੇ ਨੂੰ ਪਰਬਤ ਬਚਾਉਣ ਉੱਤੇ ਦੁਨੀਆ ਦੀ ਵਿਆਖਿਆ ਕਦੇ ਨਹੀਂ ਹੋ ਸਕੇ। ਸੰਸਾਰ ਦੇ ਲੋਕ ਕਹਿਣਗੇ ਪਿੰਗਲਾ ਬੰਦਾ ਪਰਬਤ ਕਿਵੇਂ ਚੜ ਜਾਏਗਾ, ਅੰਨਾ ਬੰਦਾ ਕਿਵੇਂ ਵੇਖ ਸਕਦਾ ਹੈ, ਗੁੰਗਾ ਬੰਦਾ ਕਿਵੇਂ ਬੋਲ ਸਕਦਾ ਹੈ। ਸਾਧ ਸੰਗਤ, ਜਿਹਨੂੰ ਰੱਬ ਗੁੰਗਾ ਕਰਦਾ ਉਹਨੂੰ ਦੁਨੀਆ ਦੀ ਕੋਈ ਮੈਡੀਕਲ ਸਾਇੰਸ ਨਹੀਂ ਬੁਲਾ ਸਕਦੀ। ਪਰ ਮਾਫ ਕਰਿਓ, ਜੇ ਕੋਈ ਗੁੰਗਿਆਂ ਨੂੰ ਬੁਲਾ ਕੇ ਅਰਥ ਕਰਾ ਸਕਦਾ ਹੈ, ਉਹ ਮੇਰੇ ਗੁਰੂ ਵਿੱਚ ਬਲ ਹੈ। ਗੁਰੂ ਚਾਹੇ ਤਾਂ ਗੁੰਗਿਆਂ ਨੂੰ ਬੁਲਾ ਵੀ ਦਿੰਦਾ ਤੇ ਅਰਥ ਵੀ ਕਰਾ ਦਿੰਦਾ। ਇਸ ਲਈ ਸਾਧ ਸੰਗਤ, ਗੁਰੂ ਦੀ ਵਡਿਆਈ ਕੀਤੀ ਜਾ ਸਕਦੀ ਹੈ, ਵਿਆਖਿਆ ਨਹੀਂ। ਜਿਹੜੀ ਚੀਜ਼ ਤੁਸੀਂ ਸੁਣੀ ਹੈ ਵੀਰ ਜੀ ਦੇ ਪਾਸੇ, ਸਨਿਓਰਟੀ ਤੇ ਰਿਜ਼ਰਵੇਸ਼ਨ ਰੱਦ ਹੈ ਗੁਰੂ ਦੇ ਘਰ ਵਿੱਚ। ਇੱਥੇ ਨਾ ਕੋਈ ਸਨਿਓਰਟੀ, ਨਾ ਕੋਈ ਰਿਜ਼ਰਵੇਸ਼ਨ।
ਜਿਹਨੂੰ ਆਪਾਂ ਸੰਸਾਰ ਦਾ ਗਿਆਨ ਕਹਿੰਦੇ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਇਸ ਦੁਨੀਆ ਦੇ ਅੰਦਰ ਬੰਦਾ ਕਿੰਨਾ ਵੀ ਪੜ੍ਹਿਆ ਲਿਖਿਆ ਹੋਵੇ, ਕਿਸੇ ਬੱਚੇ ਦਾ ਕਿੰਨਾ ਵੀ ਸ਼ਾਰਪ ਮਾਈਂਡ, ਉਹਦਾ ਦਿਮਾਗ ਕਿੰਨਾ ਤੇਜ਼ ਹੋਵੇ, ਪਰ ਸਾਧ ਸੰਗਤ ਤੁਹਾਡਾ ਕਾਨੂੰਨ ਕਹਿੰਦਾ 18 ਸਾਲ ਤੋਂ ਉਮਰ ਘੱਟ ਹੋਵੇ ਉਹਨੂੰ ਕੋਈ ਜੌਬ ਨਹੀਂ ਦਿੱਤੀ ਜਾ ਸਕਦੀ। 18 ਸਾਲ ਤੋਂ ਉਮਰ ਘੱਟ ਹੈ ਉਹਨੂੰ ਵੋਟ ਦਾ ਕੋਈ ਅਧਿਕਾਰ ਨਹੀਂ। 18 ਸਾਲ ਤੋਂ ਉਮਰ ਘੱਟ ਹੈ, ਕੋਈ ਲੱਖ ਕਵੇ ਪੁਲਿਸ ਵਾਲਿਆਂ ਨੂੰ ਜੀ ਇਹ ਡਰਾਈਵ ਬਹੁਤ ਸੋਹਣੀ ਕਰਦਾ, ਇਹਨੂੰ ਡਰਾਈਵਿੰਗ ਚੰਗੀ ਤਰ੍ਹਾਂ ਆਉਂਦੀ ਹੈ, ਉਹ ਕਹਿਣਗੇ ਨਹੀਂ ਉਮਰ ਘੱਟ ਹੈ, ਲਾਇਸੈਂਸ ਨਹੀਂ ਬਣ ਸਕਦਾ। 18 ਸਾਲ ਤੋਂ ਉਮਰ ਘੱਟ ਹੈ, ਡਰਾਈਵਿੰਗ ਲਾਇਸੈਂਸ ਨਹੀਂ। 18 ਸਾਲ ਤੋਂ ਉਮਰ ਘੱਟ ਹੈ, ਮੈਰਿਜ ਵਿਆਹ ਸ਼ਾਦੀ ਗੈਰ ਕਾਨੂੰਨੀ ਹੈ। 18 ਸਾਲ ਤੋਂ ਉਮਰ ਘੱਟ ਹੈ, ਵੋਟ ਪਾਉਣ ਦਾ ਅਧਿਕਾਰ ਨਹੀਂ। 18 ਸਾਲ ਤੋਂ ਉਮਰ ਘੱਟ ਹੈ, ਕਿਸੇ ਜੌਬ ਅਹੁਦੇ ਉੱਤੇ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ। ਇਹ ਦੁਨੀਆ ਦਾ ਗਿਆਨ ਹੈ, ਪਰ ਮੇਰੇ ਗੁਰੂ ਦੇ ਘਰ ਦੀ ਵਿਆਖਿਆ ਕਿਵੇਂ ਕਰੋਗੇ? ਇੱਥੇ 5 ਸਾਲ ਦੀ ਉਮਰ ਵਿੱਚ ਵੀ ਤੁਹਾਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੁਰੂ ਨੇ। ਇਸ ਲਈ ਸਾਧ ਸੰਗਤ ਇਹਦੀ ਕੀ ਵਿਆਖਿਆ ਕਰੋਗੇ? 5 ਸਾਲ ਦੀ ਉਮਰ ਵਿੱਚ ਗੁਰੂ ਕਿਵੇਂ ਹੋ ਸਕਦਾ ਹੈ? ਸੰਸਾਰ ਦੇ ਲੋਕ ਸਵਾਲ ਕਰਨਗੇ। ਦੁਨੀਆ ਦਾ ਕਾਨੂੰਨ ਹੈ 18 ਸਾਲ ਤੋਂ ਉਮਰ ਘੱਟ ਹੈ, ਕਿਸੇ ਅਹੁਦੇ ਤੇ ਬਿਠਾਇਆ ਨਹੀਂ ਜਾ ਸਕਦਾ, ਪਰ ਗੁਰੂ ਦੇ ਘਰ ਦੀ ਵਡਿਆਈ ਵੱਖਰੀ ਹੈ। ਇੱਥੇ 5 ਸਾਲ ਦੀ ਉਮਰ ਵਿੱਚ ਵੀ ਗੁਰੂ ਹੈ। ਇੱਥੇ 5 ਸਾਲ ਦੀ ਉਮਰ ਵਿੱਚ ਕੋਈ ਭਗਤ ਹੋ ਸਕਦਾ ਹੈ। 5 ਵਰਖ ਕੋ ਅਨਾਥ ਧਰੂ ਬਾਰਿਕ ਹਰ ਸਿਮਰਤ ਅਮਰ ਅਟਾਰੇ। 5 ਸਾਲ ਦੀ ਉਮਰ ਵਿੱਚ ਧਰੂ ਭਗਤ ਹੈ, ਅਮਰ ਤੇ ਅਟਲ ਪਦਵੀ ਨੂੰ ਪਹੁੰਚ ਗਏ। 8 ਸਾਲ ਦੀ ਉਮਰ ਵਿੱਚ ਪ੍ਰਹਿਲਾਦ ਭਗਤ ਹੈ, ਜਿਹਦਾ ਨਾਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਇਆ, ਹਰ ਜੁਗ ਜੁਗ ਭਗਤੋ ਪਾਇਆ, ਪਹਿਜ ਰੱਖਦਾ ਆਇਆ RAM ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਇਤਿਹਾਸ ਪੜ੍ਹ ਕੇ ਵੇਖਿਓ, 8 ਸਾਲ ਦੀ ਉਮਰ ਹੈ। 8 ਸਾਲ ਦੀ ਉਮਰ ਵਿੱਚ ਪ੍ਰਹਿਲਾਦ ਭਗਤ ਹੈ। 5 ਸਾਲ ਦੀ ਉਮਰ ਵਿੱਚ ਅਟਲ ਪਦਵੀ ਧਰੂ ਨੂੰ ਮਿਲੀ। 5 ਸਾਲ ਦੀ ਉਮਰ ਵਿੱਚ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੁਰੂ ਬਣੇ। ਇੱਥੇ ਹੀ ਵਸ ਨਹੀਂ, ਪੌਣੇ 7 ਤੇ ਪੌਣੇ 9 ਸਾਲ ਦੀ ਉਮਰ ਵਿੱਚ ਕਲਗੀਧਰ ਦਸ਼ਮੇਸ਼ ਪਿਤਾ ਪਾਤਸ਼ਾਹ ਦੇ ਸਾਹਿਬਜ਼ਾਦੇ ਸਾਧ ਸੰਗਤ ਸ਼ਹਾਦਤ ਦਾ ਜਾਮ ਪੀ ਗਏ, ਸ਼ਹੀਦ ਅਖਵਾਏ ਨੇ। ਆਪਾਂ ਕਈ ਵਾਰ ਕਹਿੰਦੇ ਨਿੱਕੀਆਂ ਜਿੰਦਾਂ ਵੱਡੇ ਸਾਕੇ। ਮੈਂ ਇੱਕ ਦਿਨ ਦਰਬਾਰ ਸਾਹਿਬ ਤੋਂ ਕਿਹਾ ਇਹ ਅਸਮ ਬਣਾ ਲਿਆ ਸਾਧ ਸੰਗਤ, ਉਹ ਜਿੰਦਾਂ ਨਿੱਕੀਆਂ ਨਹੀਂ ਸਨ। ਪੌਣੇ 7 ਸਾਲ ਦੀ ਉਮਰ ਵਿੱਚ ਸ਼ਹਾਦਤ ਦਾ ਜਾਮ ਪੀਣਾ ਇੰਨਾ ਅਸਹਿ ਕਸ਼ਟ ਸਾਰਨਾ, ਉਹ ਜਿੰਦ ਨਿੱਕੀ ਨਹੀਂ ਹੋ ਸਕਦੀ, ਉਹ ਜਿੰਦਾਂ ਵੀ ਬਹੁਤ ਵੱਡੀਆਂ ਸਨ। ਸਾਧ ਸੰਗਤ ਸਰੀਰਕ ਉਮਰ ਛੋਟੀ ਹੋ ਸਕਦੀ ਹੈ, ਜਿੰਦ ਛੋਟੀ ਨਹੀਂ। ਖੈਰ ਹੁਣ ਜਿਹੜੀ ਗੱਲ ਮੈਂ ਤੁਹਾਡੇ ਸਮਕਸ਼ ਰੱਖਣੀ, ਸਨਿਊਟੀ ਤੇ ਰਿਜ਼ਰਵੇਸ਼ਨ ਦੋਵੇਂ ਰੱਦ ਨੇ। ਇੱਥੇ ਇਹ ਨਹੀਂ ਕਿ ਉਮਰ ਛੋਟੀ ਹੈ। ਦੂਜਾ ਪੱਖ ਵੇਖੋ ਜਿਹੜਾ ਵੀਰ ਜੀ ਨੇ ਕਿਹਾ, ਉਹ ਕੀ ਹੈ? ਤੁਸੀਂ ਕਿੰਨੇ ਵੀ ਪੜ੍ਹੇ ਲਿਖੇ ਇੰਟੈਲੀਜੈਂਟ ਹੋ, ਦਿਮਾਗ ਕੰਮ ਕਰਦਾ ਹੈ, ਗਵਰਨਮੈਂਟ ਕਹਿੰਦੀ ਹੈ ਉਮਰ 60 ਸਾਲ ਦੀ ਹੋ ਗਈ, ਬੰਦਾ ਰਿਟਾਇਰ ਕਰ ਦਿਓ। 60 ਸਾਲ ਦੀ ਉਮਰ ਹੈ, ਜੌਬ ਤੋਂ ਰਿਟਾਇਰ ਕਰ ਦਿਓ। 60 ਸਾਲ ਦੀ ਉਮਰ ਹੈ, ਇਹ ਜੌਬ ਕਰਨ ਦੇ ਲਾਇਕ ਨਹੀਂ। ਔਰ ਮਾਫ ਕਰਿਓ, ਉਹ ਬੰਦਾ ਬਿਲਕੁਲ ਸਹੀ ਸਲਾਮਤ ਵੀ ਹੋਵੇ, ਗਵਰਨਮੈਂਟ ਉਹਨੂੰ ਰਿਟਾਇਰਮੈਂਟ ਦੇ ਦਿੰਦੀ ਹੈ। ਦੂਜੇ ਪਾਸੇ ਵੇਖਿਓ, ਜਿਹੜੇ ਸਮਾਜ ਵਿੱਚ ਆਪਾਂ ਰਹਿੰਦੇ ਆ, 60 ਸਾਲ ਦੀ ਉਮਰ ਹੋ ਜਾਏ ਲੋਕ ਬੁੱਢਾ ਕਹਿਣ ਲੱਗ ਪੈਂਦੇ ਨੇ। ਸਾਹਿਬ ਨੇ ਕਿਹਾ ਸਮਾਜ ਦੇ ਪੱਖ ਤੋਂ ਕਿ ਦੁਨੀਆ ਦੇ ਲੋਕੋ 60 ਸਾਲ ਦਾ ਬੰਦਾ ਦੁਨੀਆ 'ਚ ਬੁੱਢਾ ਹੋ ਜਾਂਦਾ ਹੈ। ਸਮਾਜ ਕਹਿੰਦਾ ਬੰਦਾ ਬੁੱਢਾ ਹੋ ਗਿਆ, 40 ਪੁਰ ਹੋਏ 85 ਪੱਗ ਖਿਸੈ 60 ਕੇ ਬੁਢੇਪਾ ਆਵੇ। ਤੇ ਜੇ ਉਮਰ 70 ਸਾਲ ਦੀ ਹੋ ਜਾਏ ਨਾ, ਫਿਰ ਤਾਂ ਘਰ ਵਾਲੇ ਵੀ ਕਹਿਣ ਲੱਗ ਪੈਂਦੇ ਆ ਮਤਹੀਣ ਹੈ, ਕਿਸੇ ਕੰਮ ਵਿੱਚ ਉਹ ਕੰਮ ਕਵੇ ਕਾਕਾ ਕੀ ਗੱਲ ਕਰਦੇ ਹੋ? ਬਾਪੂ ਤੁਸੀਂ ਬੈਠੇ ਰਹੋ, ਤੁਹਾਨੂੰ ਨਹੀਂ ਪਤਾ। ਜਿਹੜੇ ਬੰਦੇ ਨੇ ਇੰਨੇ ਕੰਮ ਕੀਤੇ ਹੋਣ 70 ਸਾਲ ਦੀ ਉਮਰ ਵਿੱਚ ਕਹਿੰਦੇ ਨੇ ਬੀਬੀ ਤੂੰ ਨਾ ਵਿੱਚ ਬੋਲਿਆ ਕਰ, ਮਮਾ ਤੁਹਾਨੂੰ ਨਹੀਂ ਪਤਾ ਤੁਸੀਂ ਚੁੱਪ ਰਹੋ। ਦੇਖੋ ਸਾਧ ਸੰਗਤ, ਜਿਹੜੇ ਬੰਦੇ ਨੇ ਘਰ ਬਣਾਇਆ, ਕੰਮ ਕੀਤੇ, ਤਰੱਕੀ ਕੀਤੀ, ਜੋਬਾਂ ਕੀਤੀਆਂ, ਇੰਨਾ ਕੋਈ ਬਣਾਇਆ ਘਰ ਲਈ, 70 ਸਾਲ ਦਾ ਹੋ ਜਾਏ ਉਹਦੀ ਔਲਾਦ ਪੁੱਤ ਪੋਤੇ ਕਹਿਣ ਲੱਗ ਪੈਂਦੇ ਨੇ ਪਾਪਾ ਤੁਹਾਨੂੰ ਨਹੀਂ ਪਤਾ ਤੁਸੀਂ ਚੁੱਪ ਰਹੋ। ਸੰਸਾਰ ਕਹਿੰਦਾ 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੇ। ਸੰਸਾਰ ਦੇ ਲੋਕ 60 ਸਾਲ ਤੋਂ ਬਾਅਦ ਰਿਟਾਇਰ ਕਰ ਦਿੰਦੇ ਨੇ, ਪਰ ਗੁਰੂ ਦੇ ਘਰ ਦੀ ਕੀ ਵਿਆਖਿਆ ਕਰੋਗੇ? ਇੱਥੇ ਸਿਰਫ ਵਡਿਆਈ ਹੋ ਸਕਦੀ ਹੈ। ਇੱਥੇ 60 ਸਾਲ ਦੀ ਉਮਰ ਵਿੱਚ ਧੰਨ ਬਾਬਾ ਅਮਰਦਾਸ ਸਾਹਿਬ ਆ ਕੇ ਸਿੱਖੀ ਧਾਰਨ ਕਰਦੇ ਨੇ। 12 ਸਾਲ ਗੁਰੂ ਦੇ ਘਰ ਗਗਟ ਹੋਈ, ਜਿਹੜੀ ਉਮਰ ਵਿੱਚ ਲੋਕ ਕਹਿੰਦੇ 70 ਕਾ ਮਤਹੀਣ। 72 ਸਾਲ ਦੀ ਉਮਰ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ। ਔਰ ਸਾਧ ਸੰਗਤ ਫਿਰ 72 ਸਾਲ ਦੀ ਉਮਰ ਤੋਂ ਲੈ ਕੇ 2 4 6 10 ਸਾਲ ਨਹੀਂ, ਇਤਿਹਾਸ ਪੜੋ 22 ਸਾਲ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਰਹੇ। 94 ਸਾਲ ਦੀ ਉਮਰ ਤੱਕ ਧੰਨ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਰਹੇ। ਗੁਰੂ ਦੇ ਘਰ ਦੀ ਵਿਆਖਿਆ ਨਹੀਂ ਹੋ ਸਕਦੀ, ਸਿਰਫ ਵਡਿਆਈ ਕੀਤੀ ਜਾ ਸਕਦੀ। ਇੱਥੇ 90 ਸਾਲ ਦੀ ਉਮਰ ਵਿੱਚ ਲੋਕ ਕਹਿੰਦੇ ਨੇ ਹੁਣ ਤੇ ਬੰਦੇ ਦੀਆਂ ਕਬਰਾਂ ਵਿੱਚ ਲੱਤਾਂ।
90 ਸਾਲ ਦੇ ਬੰਦੇ ਨੂੰ ਕੌਣ ਪੁੱਛਦਾ ਹੈ? ਪਰ ਗੁਰੂ ਦੇ ਘਰ ਦੀ ਕੀ ਵਡਿਆਈ ਕਰੋਗੇ ਸੱਜਣੋ। ਇੱਥੇ ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਇਤਿਹਾਸ ਪੜੋ, 98 ਸਾਲ ਦੀ ਉਮਰ ਹੈ, 98 ਈਅਰ, 98 ਸਾਲ ਉਮਰ। ਬਾਬਾ ਬੁੱਢਾ ਸਾਹਿਬ ਹਰਮੰਦਰ ਸਾਹਿਬ ਦੇ ਗ੍ਰੰਥੀ ਥਾਪੇ ਜਾਂਦੇ ਨੇ। ਇਸ ਤੋਂ ਵੱਡੀ ਹੋਰ ਕੀ ਵਿਆਖਿਆ ਹੋ ਸਕਦੀ? 98 ਸਾਲ ਦੀ ਉਮਰ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਬਾਬਾ ਬੁੱਢਾ ਸਾਹਿਬ ਤੁਸੀਂ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਸੰਭਾਲ ਲਈ, ਗ੍ਰੰਥੀ ਹੈਡ ਗ੍ਰੰਥੀ ਮੁੱਖ ਗ੍ਰੰਥੀ ਦੀ ਸੇਵਾ ਸਾਧ ਸੰਗਤ ਬਾਬਾ ਬੁੱਢਾ ਸਾਹਿਬ ਨੂੰ ਸੌਂਪੀ। ਉਹਨਾਂ ਹੱਥ ਜੋੜ ਕੇ ਕਿਹਾ, ਮਹਾਰਾਜ ਕਿਸੇ ਪੜ੍ਹੇ ਲਿਖੇ ਨੂੰ ਸੇਵਾ ਦਿਓ ਨਾ। ਦੇਖੋ ਆਪਾਂ ਕਹਿੰਦੇ ਬੰਦਾ ਪੜ੍ਹਿਆ ਲਿਖਿਆ ਹੋਣਾ ਚਾਹੀਦਾ, ਇਹ ਬੰਦੇ ਦੀ ਕੀ ਕੁਆਲੀਫਿਕੇਸ਼ਨ ਹੈ, ਅਕੈਡਮਿਕ ਐਜੂਕੇਸ਼ਨ ਕੀ ਹੈ? ਇਹ ਠੀਕ ਹੈ, ਬਾਹਰੀਆਂ ਜੋਬਾਂ ਲਈ ਚਾਹੀਦੀ ਹੈ, ਡਿਗਰੀਆਂ ਦੀ ਲੋੜ ਬਾਹਰ ਚਾਹੀਦੀ ਹੈ, ਪਰ ਗੁਰੂ ਘਰ ਵਿੱਚ ਇਹਨਾਂ ਡਿਗਰੀਆਂ ਦੀ ਜ਼ਰੂਰਤ ਨਹੀਂ। ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ, ਪਰ ਗੁਰੂ ਦੀ ਪੜ੍ਹਾਈ ਬਿਲਕੁਲ ਦੁਨੀਆ ਤੋਂ ਵੱਖਰੀ ਹੈ। ਬਾਬਾ ਬੁੱਢਾ ਸਾਹਿਬ ਨੇ ਕਿਹਾ, ਜੀ ਕਿਸੇ ਸਿੱਖ ਦੀ ਡਿਊਟੀ ਲਾਓ ਜਿਹੜੇ ਕੰਛੀ ਪੜ੍ਹ ਕੇ ਆਏ। ਮਹਾਰਾਜ ਤੁਸੀਂ ਕੰਛੀ ਪੜ੍ਹਨ ਘੱਲੇ ਸੀ, ਤੁਹਾਡੇ ਸਿੱਖ ਭਾਈ ਗੁਰਦਾਸ ਸਾਹਿਬ ਵਰਗੇ ਹੋਰ ਗੁਰੂ ਦੇ ਸਿੱਖ ਕੰਛੀ ਪੜ੍ਹ ਕੇ ਆਏ ਨੇ, ਸੰਸਕ੍ਰਿਤ ਜਾਣਦੇ ਨੇ। ਪੜ੍ਹਿਆ ਲਿਖਿਆ ਨੂੰ ਇਹ ਸੇਵਾ ਦਿਓ। ਮੈਂ ਤੇ ਬੁੱਢਾ ਮਹਾਰਾਜ ਪਸ਼ੂਆਂ ਨੂੰ ਘਾਹ ਖੋਦ ਕੇ ਪਾਉਣ ਵਾਲਾ, ਮਹਾਰਾਜ ਮੈਨੂੰ ਇਹ ਸੇਵਾ ਕਿਉਂ? ਸਤਿਗੁਰਾਂ ਇੱਕੋ ਹੀ ਬਚਨ ਕਿਹਾ, ਬਾਬਾ ਬੁੱਢਾ ਸਾਹਿਬ ਇਹਦੇ ਵਿੱਚ ਬਾਣੀ ਵੀ ਉਹਨਾਂ ਦੀ ਹੈ ਜਿਨ੍ਹਾਂ ਨੇ 10 ਨੋਹਾਂ ਦੀ ਕਾਲ ਕਿਰਤ ਕਮਾਈ ਕੀਤੀ ਹੈ। ਬਾਬਾ ਬੁੱਢਾ ਸਾਹਿਬ ਮੈਨੂੰ ਬਾਹਰੀ ਅੱਖਰਾਂ ਦਾ ਗਿਆਨੀ ਨਹੀਂ ਚਾਹੀਦਾ, ਮੈਨੂੰ ਉਹ ਵਿਦਿਆ ਚਾਹੀਦੀ ਹੈ ਜਿਹੜੀ 12 ਸਾਲ ਦੀ ਉਮਰ ਵਿੱਚ ਵਿਦਿਆ ਵੇਖ ਕੇ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿਤਾ ਸੀ, ਬੂੜਿਆ ਤੂੰ ਬੂੜਾ ਨਹੀਂ ਹੋ, ਤੂੰ ਬੁੱਢਾ ਹੈ। 12 ਸਾਲ ਦੀ ਉਮਰ ਵਿੱਚ ਬੁੱਢੇ ਦਾ ਖਿਤਾਬ ਮਿਲਿਆ, ਉਹ ਵਿਦਿਆ ਗੁਰੂ ਦੇ ਘਰ ਪ੍ਰਵਾਨ ਨੇ। ਇੱਥੇ ਸਾਧ ਸੰਗਤ ਗੁਰਮੁਖ ਬੁੱਢੇ ਕਦੇ ਨਾ। ਹੁਣ ਦੂਜਾ ਪੱਖ ਸੁਣਿਓ, ਮੈਂ ਇਤਿਹਾਸ ਵਿੱਚੋਂ ਕਹਿਣਾ, ਸਨਿਓਰਟੀ ਤੇ ਰਿਜ਼ਰਵੇਸ਼ਨ ਬਿਲਕੁਲ ਕੰਡੈਮ ਕੀਤਾ ਸਾਹਿਬ ਨੇ। ਜੇ ਗੱਲ ਇੱਥੇ ਸਨਿਓਰਟੀ ਦੀ ਹੁੰਦੀ ਤਾਂ ਸਾਧ ਸੰਗਤ ਕਰਤਾਰਪੁਰ ਸਾਹਿਬ ਦੀ ਧਰਤੀ, ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਸੀਨੀਅਰ ਬੰਦੇ ਪਏ ਨੇ, ਜਿਨ੍ਹਾਂ ਨੂੰ ਸਾਧ ਸੰਗਤ 22 24 ਸਾਲ ਹੋ ਗਏ ਸੇਵਾ ਕਰਦੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਨਹੀਂ ਦਿੱਤੀ। ਇੱਥੇ ਕੋਈ ਸਨਿਓਰਟੀ ਨਹੀਂ, ਇੱਥੇ 22 ਸਾਲ ਸੇਵਾ ਕਰਨ ਵਾਲਾ ਸੰਗਤ ਵਿੱਚ ਬੈਠਾ ਤੇ 7 ਸਾਲ ਸੇਵਾ ਕਰਨ ਵਾਲੇ ਲੈਣੇ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਬਣਾ ਦਿੱਤਾ। ਸਾਧ ਸੰਗਤ ਕੀ ਕਹੋਗੇ? ਇੱਥੇ ਸਿਰਫ ਅੰਦਰ ਦੀ ਸੇਵਾ, ਕੋਈ ਵਿਆਖਿਆ ਨਹੀਂ। ਇੱਥੇ ਵਡਿਆਈ ਕੀਤੀ ਜਾਂਦੀ ਹੈ। 22 25 ਸਾਲ ਸੇਵਾ ਨਿਭਾਉਣ ਵਾਲੇ ਸੰਗਤ ਵਿੱਚ ਨੇ ਤੇ 7 ਸਾਲ ਸੇਵਾ ਕਰਨ ਵਾਲੇ ਨੂੰ ਤਖਤ ਤੇ ਬਿਠਾ ਦਿੱਤਾ। ਇੱਥੇ ਕੋਈ ਰਿਜ਼ਰਵੇਸ਼ਨ ਨਹੀਂ। ਜੇ ਗੱਲ ਰਿਜ਼ਰਵੇਸ਼ਨ ਦੀ ਹੁੰਦੀ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਾਅਦ ਬਾਬਾ ਸ਼੍ਰੀ ਚੰਦ ਸਾਹਿਬ ਗੁਰਤਾ ਗੱਦੀ ਤੇ ਬੈਠੇ, ਗੁਰੂ ਅੰਗਦ ਦੇ ਮਹਾਰਾਜ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਭਾਈ ਦਾਤੂ ਗੱਦੀ ਤੇ ਬੈਠਦੇ, ਸ਼੍ਰੀ ਗੁਰੂ ਅਮਰਦਾਸ ਮਹਾਰਾਜ ਤੋਂ ਬਾਅਦ ਉਹਨਾਂ ਦੇ ਪੁੱਤਰ ਬਾਬਾ ਮੋਹਨ ਬਾਬਾ ਮੋਰੀ ਗੁਰਤਾ ਗੱਦੀ ਤੇ ਬੈਠਦੇ। ਇੱਥੇ ਕੋਈ ਰਿਜ਼ਰਵੇਸ਼ਨ ਨਹੀਂ, ਇੱਥੇ ਗੁਰੂ ਦੀ ਸੇਵਾ ਸੇਵਕ ਨੂੰ ਮਿਲ ਜਾਂਦੀ ਹੈ। ਸਾਧ ਸੰਗਤ ਇਸ ਘਰ ਵਿੱਚ ਦਾਵਾ ਨਹੀਂ ਕੋਈ, ਮੈਨੂੰ ਇੰਨੇ ਸਾਲ ਹੋ ਗਏ ਹੁਣ ਉਹਦਾ ਦਿਓ, ਪਤਾ ਨਹੀਂ ਗੁਰੂ ਨੇ ਕਿਹੜੇ ਕੋਲੋਂ ਸੇਵਾ ਲੈ ਲੈਣੀ ਹੈ। ਇਹ ਤਾਂ ਜਿੱਤੋਂ ਸੇਵਾ ਸਤਿਗੁਰੂ ਲੈ ਰਹੇ ਨੇ, ਸਿੱਖ ਨੂੰ ਸਮਝਣਾ ਪਏਗਾ, ਦਾਤਾ ਇਹ ਤੇਰਾ ਤਰਸ, ਤੇਰੀ ਕਿਰਪਾ, ਤੇਰੀ ਮਿਹਰਮਤ ਹੈ। ਜੇ ਤੁਹਾਡਾ ਨਜ਼ਰ ਦਾ ਮਿਹਰ ਦਾ ਹੱਥ ਹੈ ਤਾਂ ਸੇਵਾ ਹੋ ਰਹੀ ਹੈ। ਮਹਾਰਾਜ ਤੁਸੀਂ ਹੱਥ ਚੁੱਕ ਲਿਆ, ਅਸੀਂ ਕਿੱਥੋਂ ਸੇਵਾ ਕਰ ਲਾਂਗੇ। ਇੱਕ ਪੰਕਤੀ ਮੈਂ ਤੁਹਾਡੇ ਸਮਕਸ਼ ਕਹਿਣੀ ਹੈ, ਤੁਸੀਂ ਰੋਜ਼ ਬਾਣੀ ਪੜ੍ਹਦੇ ਹੋ। ਸਤਿਗੁਰਾਂ ਬਾਹਰੀ ਤੌਰ ਤੇ ਤੀਰਥ ਦੀ ਵਡਿਆਈ ਕੀਤੀ ਹੈ, ਕੋਈ ਨਿੰਦਿਆ ਨਹੀਂ। ਅਸੀਂ ਕਈ ਵਾਰ ਨਿੰਦਣ ਲੱਗ ਪੈਂਦੇ ਆ। ਜੇ ਸਾਧ ਸੰਗਤ ਤੁਸੀਂ ਕਿਸੇ ਦੇ ਤੀਰਥ ਨੂੰ ਨਿੰਦੋਗੇ, ਕੱਲ ਨੂੰ ਤੁਹਾਡੇ ਤੀਰਥਾਂ ਤੇ ਵੀ ਸਵਾਲ ਖੜਾ ਹੋਣਾ। ਉਹ ਤੁਹਾਨੂੰ ਵੀ ਕਹਿਣਗੇ, ਭਾਈ ਤੁਸੀਂ ਕਿਉਂ ਦਰਬਾਰ ਸਾਹਿਬ ਇਸ਼ਨਾਨ ਕਰਦੇ ਹੋ ਜੀ, ਤੁਸੀਂ ਜਲ ਖੂਹ ਦਾ ਕਿਉਂ ਸਤਿਕਾਰ ਨਾਲ ਲੈਂਦੇ ਹੋ। ਇਸ ਲਈ ਇਹ ਚੀਜ਼ਾਂ ਤੁਹਾਨੂੰ ਸਮਝਣ ਬੁੱਝਣ ਦੀ ਜ਼ਰੂਰਤ ਹੈ। ਗੁਰੂ ਨੇ ਸਾਨੂੰ ਨਿੰਦਿਆ ਤੋਂ ਵਰਜਿਆ। ਖੈਰ ਪਾਤਸ਼ਾਹ ਨੇ ਕਿਹਾ, ਭਾਈ ਬਾਹਰੀ ਤੀਰਥ ਤੇ ਕੋਈ ਇਸ਼ਨਾਨ ਕਰੇ ਪਰ ਉਹਦਾ ਅੰਦਰ ਦਾ ਹਿਰਦਾ ਇਸ਼ਨਾਨ ਨਾ ਹੋਵੇ, ਅੰਦਰ ਦਾ ਮਨ ਦਾ ਇਸ਼ਨਾਨ ਨਾ ਹੋਵੇ, ਸੁਰਤੀ ਦਾ ਇਸ਼ਨਾਨ ਨਾ ਹੋਵੇ, ਤਾਂ ਸਰੀਰ ਦਾ ਇਸ਼ਨਾਨ ਇਹ ਹੈ ਜਿਵੇਂ ਕਿਸੇ ਪਾਣੀ ਵਿੱਚ ਡੱਡੀਆਂ ਮੱਛੀਆਂ 24 ਘੰਟੇ ਰਹਿੰਦੀਆਂ, ਉਹ ਕਿਹੜਾ ਮੁਕਤ ਹੋ ਜਾਂਦੀ। ਜਲ ਕੇ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਓਏ ਨਰ ਫਿਰ ਜੋਨੀ ਆਵੇ। ਫਿਰ ਸਾਹਿਬ ਨੇ ਕਿਹਾ, ਬਾਹਰਲੇ ਤੀਰਥ ਤੇ ਆਉਣ ਵਾਲਿਆ, ਮੈਂ ਤੈਨੂੰ ਤੀਰਥ ਦੀ ਨਿੰਦਿਆ ਕਰਕੇ ਹਟਾਵਾਂਗਾ ਨਹੀਂ। ਆ ਤੂੰ ਬਾਹਰੀ ਸਰੋਵਰ ਤੇ ਸਿੱਖਾ ਆਇਆ, ਪਹਿਲਾਂ ਇਸ਼ਨਾਨ ਕਰ, ਪਰ ਸਰੀਰ ਦਾ ਇਸ਼ਨਾਨ ਕਰਕੇ ਮੁੜ ਨਾ ਜਾਈ। ਅੱਗੇ 10 ਕਦਮ ਵਧੀ, ਗੁਰੂ ਤੇਰੀ ਸੁਰਤ ਦਾ ਇਸ਼ਨਾਨ ਕਰਾਏਗਾ। ਸਿੱਖਾ ਕੱਲਾ ਪਾਣੀ ਨਾਲ ਇਸ਼ਨਾਨ ਕਰਕੇ ਨਾ ਮੁੜ ਜਾਈ, ਅੱਗੇ 10 ਕਦਮ ਆਈ,
उस सरोवर तो अगे हरिमंदर शुरू हुंदा है, जिथे सिख दी सुरत दा गुरु बाणी नाल इशनान कराउंदा है। जिदन सिख सुरती करके बाणी नाल जुड़न लग जाए, उदन साहब ने कहा सुरती दा इशनान हो गया। हुण उहदी निशानी की है जी? शरीर का इशनान होया, तुसी स्वस्थ महसूस करते हो, थकावट लथ जाती है, चेहरा साफ हो जाता है। सुरती का इशनान है, उहदी की निशानी है? आ हुण सुनियो, तुहाडे काम आएगा। सुरती का इशनान बाणी विच होण लग जाए, उहदी इक्को ही निशानी है, सेवा करन वाला, बाणी पढ़न वाला सिख 24 घंटे 24 आवर कर्म करदियां गुरु नूं अंदरों कहण लग पैंदा है, दाता जे तू परोपकार ना करे मैं नाम नहीं जप सकदा, जे तू परोपकार ना करे मैं चल के नहीं आ सकदा। गुरु ने तंदुरुस्ती दित्ती, तुसीं इत्थों तक चल के आए हो, जे तंदुरुस्ती ना दवे किवें आ जांगे आपां? सिख 24 घंटे शुकराने विच रहन लग पैंदा है, इहनूं कहंदे सुरती दा इशनान। जदों शुकराना करना भुल जाए, समझो तुहाडी सुरती दा इशनान नहीं हो रहा। जदों 24 घंटे शुकर निकलण लग जाए, तुसीं सुरती दा भी इशनान कर लिया। किते लिखिया होया, आ पंक्ति पढ़ो, तुसीं पढ़दे रहिंदे हो, जिथे साहब कहंदे ने सुनिया मन्निया, पढ़ो सुनिया मन्निया, मन कीता भाओ, अंतरगत तीरथ मल नाओ। अंतरगत तीर्थ सुरती का इशनान हो गया। की निशानी है? सिख 24 घंटे शुकराने विच कहण लग पैंदा है, सब गुण तेरे मैं नाही कोए। आखो सब गुण मैं नाही कोए, बिन गुण कीते भगत ना होए। जे तुसीं दया ना करो, असीं कादी भगती कर लें? जे तुहाडी किरपा ना होवे, किवें इत्थे सीसगंज साहब चल के आ जाओगे? साध संगत मैनूं माफ करियो, ये गुरु की नज़र तो बगैर नहीं हो सकता। 24 घंटे गुरु नाल वरतदा है, एवें थोड़ी लिख के दिता है। दुकालंग प्रणासी दयालंग स्वरूपे, सदा अंग संगे अपंगंग बेपूते। असीं 3 वजे साध संगत चले दिल्ली नूं। अज हुण तुसीं टाइम वेखो, जदों नैवीगेशन भरिया वो 9:55 10 वजे का टाइम दसदा है। इन्ना रश, इन्नी ट्रैफिक, सब कुछ है। ये गुरु नूं फिक्र है, जिहड़ा नैवीगेशन कहंदा सी 10 वजे तो पहलां सीसगंज पहुंच नहीं सकते, ये गुरु तेग बहादुर साहब महाराज की नदर है। साध संगत 8:55 ते गुरु ने पहुंचा दिता। ये तो कला बाहरी रस्ते ने ना, जिन्हों गुरु साफ करने, तो दुनियावी रस्ते ने। वो सिखो, याद रखियो, सिख भावना ते प्रेम नाल गुरु नूं सिमर के वेखे जाओ। ये सिखा आलोक दे रस्ते तो कुछ भी नहीं, गुरु तो तेरे परलोक दे रस्ते भी सीधे कर देगा। बस अंदर भावना चाहिए। 24 घंटे सिख शुकराने विच रवे, ओदी सुरती दा इशनान हुंदा है। वो हर वक्त कहंदा रवे, सब गुण तेरे मैं नाही कोए, बिन गुण कीते भगत ना हो। एक बार मेरा मन करदा तुसीं प्यार विच आके कहो सारे, सब गुण तेरे मैं नाही कोए, सब गुण तेरे मैं नाही कोए, सब गुण मैं नाही कोए, सब गुण बिन गुण कीते भगत न होए, बिन गुण कीते भगत न होए, बिन गुण कीते भगत न होए, बिन गुण जी। सब गुण तेरे मैं नाही कोए, सब गुण तेरे मैं नाही कोए, सब गुण मैं नाही कोए, सब गुण
सिख फिर सुरती करके कहंदा करण कारण प्रभ एक है दूसर नाही, नानक तिस बलिहारणे जल थल मैयल सोए। थोड़े मिनट होर ध्यान नाल टिक के सुनियो। 10वें पातशाह ने पंक्ति कही गुरु हरकृष्ण साहब महाराज की वडियाई विच अरदास विच कहने श्री हरकृष्ण ध्याई है जिस डिठे सब दुख जाए। दो गल्लां कईयां ने, एक देखना डिठे ते दूजा सुनना ध्याना। सतगुरु गुरु अर्जन देव महाराज जी का सुखमनी साहब का एक पद है, ਉਹਦੀ व्याख्या मैं पढ़ रहा सी। ਉਹਦੇ ਵਿੱਚ महाराज ने कहा 5 तरीके ने सिखा तेरी सुरत पवित्र हो जाएगी, तू गुरु का रूप होने लग जाएगा, तेरा जन्म सफल हो जाएगा और तैनू गुरु इस मानस देह विच रहिंदियां संत बना देगा। पहला तरीका ਉਹਦੇ ਵਿੱਚ साहब ने कहा गुरु के दर्शन करिया कर, दिन विच एक वार सवेरे शाम वक्त कढ़े। ये सिख नूं गुरु का हुक्म है, एक बार गुरु के दर्शन जरूर करे। तुसीं वैसे श्लोक रोज़ पढ़ते रहिंदे हो। 4 कर्म पातशाह ने कंपलसरी किया सिख लई। श्लोक महला 5वां अंतर गुर आराधना, घर बैठिया भी कर सकते हो, दुकान ते भी कर सकते हो। दूजा अंतर गुर आराधना जेवा जप गुर नाउ, जीव नाल वाहिगुरू कहना, ड्राइव करदियां कही जाओ, गुरुद्वारे आउण दी लोड़ ही नहीं। पर जिहड़े अगले 2 कर्म ने वो काम करने लई तुहानूं गुरुद्वारे आउणा ही पएगा। अंतर गुर आराधना जेवा जप गुर नाउ, ये घर विच रहिंदियां, जॉब ते रहिंदियां, दुकान ते बैठियां, ड्राइव करदियां हो सकदा है। अगला कर्म साहब कहंदे नेत्री सतगुर पिखणा, श्री हर कृष्ण ध्याई है जिस डिठे सब दुख। नेत्री सतगुर पिखणा श्रवणी सुनना। हुण तुसीं दोवें कर्म नहीं, चारे इकट्ठे कर रहे हो। गुरु के दर्शन भी, कन्नां नाल गुरु का उपदेश भी, जेबां नाल जप भी रहे हो, ते अंदरों अंतर ध्यान भी कह रहे सतनाम श्री वाहिगुरू। सतगुरों पहला बचन कहा सफल दर्शन, गुरु का दर्शन सफल है भाई, फल देने वाला है, व्यर्थ नहीं जाना। तू गुरु के दर्शन करके जाई, तेनों फल जरूर मिलना। सफल दर्शन पेखत पुनीत, जिस डिठे सब दुख जाए। पेखत पुनीत, तू पवित्र होने लग पैना। सफल दर्शन पेखत पुनीत भेटत, जे तू गुरु नूं मिल जाए। भेटत का अर्थ है संगत में जुड़ना, परसण का अर्थ है संगत में जुड़ के बाणी पढ़नी। पढ़ो बचन तुहानूं याद है। सफल दर्शन पेखत पुनीत, परसत चरण गत निर्मल। भेटत संग राम गुण रवे, पार ब्रह्म की दरगाह गवे। तेरी पहुंच दरगाह तक हो जानी। पार ब्रह्म की दरगाह गवे, सुन कर बचन करन आगाने। मन संतोखा तम पतियाने, पूरा गुर अखियाओ जा का मंत्र। 5वीं चीज है, गुरु ने जे खुश होके तेनू मंत्र देता अपना, जे वो मंत्र गुरु ने बख्श दिता भाई, इको दृष्टि गुरु दी भैण दी देर है। पूरा गुर अखियाओ, अखियो दा अर्थ हुंदा जेड़ा नाश नहीं हुंदा। अखियो गुर मंत्र ते फिर अमृत दृष्ट पेखे होए संत। इको दृष्टि गुरु की भैणी है, तू संत हो जाना है, तेरी बिरती पुनीत हो जानी है। 8वें पातशाह धन गुरु हरकृष्ण साहब महाराज सतगुर के दर्शनों लई संगत बड़े उमा ते चाह नाल लाहौर तो चली दर्शन करन श्री कीरतपुर साहब आना सी। ते साध संगत रस्ते विच एक चोर बंदा संगत विच रल गया। हुण चोर दे किहड़ा मत्थे ते लिखिया चोर है, वो संगत विच रलिया। एक बिरती लैके इतिहास कहिंदा उहदे मन विच सी जिथे मौका मिलिया किसी दा पर्स कढ के जां किसी दी गठड़ी फरोल के जो मिलिया निकल जाना। उहदे कर्म चंगे, उहदे भाग चंगे, उहनूं मौका ही नहीं मिलिया चोरी दा। रब का शुकराना करियो, तुहानूं जिंदगी विच माड़ा कर्म करन दा मौका ही ना मिले। ये गुरु नूं कहना पैंदा दाता, जो कम भावे सोई कराई, जो ना भावे
ਉਹ ਚਿੱਤ ਵਿੱਚ ਬਿਨਾਂ ਲਿਆਈ, ਕਰਾਈ ਨਾ। ਗੁਰੂ ਰੁਕਾਵਟ ਪਾ ਦਿੰਦਾ ਹੈ। ਇਹ ਤਾਂ ਗੁਰੂ ਦੇ ਹੱਥ ਹੈ ਨਾ। ਮੌਕਾ ਮਿਲ ਜਾਏ ਬੰਦਾ ਬੇਈਮਾਨ ਹੋਣ ਤੋਂ ਰਹਿ ਨਹੀਂ ਸਕਦਾ। ਮਨ ਦਾ ਕੋਈ ਯਕੀਨ ਨਹੀਂ, ਡੋਲੇ ਨਾ ਡੋਲੇ, ਲੱਖਾਂ ਤੇ ਨਾ ਡੋਲੇ। ਜਿੱਦਣ ਡੋਲਣ ਤੇ ਆਉਂਦਾ ਉਦਣ ਕੱਖਾਂ ਤੇ ਡੋਲ ਜਾਂਦਾ। ਇਸ ਲਈ ਗੁਰੂ ਅੱਗੇ ਅਰਦਾਸ ਕਰਨੀ। ਉਹਦੇ ਭਾਗ ਚੰਗੇ, ਉਹਨੂੰ ਮੌਕਾ ਹੀ ਨਹੀਂ ਮਿਲਿਆ। ਦਿਨ ਲੰਘ ਗਿਆ, ਮੌਕਾ ਨਾ ਬਣਿਆ। ਸ਼ਾਮਾਂ ਪਈਆਂ, ਰਹਿਰਾਸ ਦਾ ਪਾਠ ਸੰਗਤ ਵਿੱਚੋਂ ਸੁਣਿਆ। ਹੁਣ ਸੰਗਤ ਦਾ ਅਸਰ ਹੋਣਾ ਸੁਭਾਵਕ ਸੀ। ਬਾਣੀ ਕੰਨਾਂ ਵਿੱਚ ਪੈਂਦੀ ਰਹੀ। ਉਹ ਚੋਰ ਬਣ ਕੇ ਨਾਲ ਤੁਰਿਆ ਰਿਹਾ। ਰਾਤ ਮੁੱਕ ਗਈ ਤਾਂ ਵੀ ਮੌਕਾ ਨਾ ਮਿਲਿਆ। ਦਿਨ ਚੜਿਆ, ਸਿਖਰ ਦੁਪਹਿਰ ਤੱਕ ਕੀਰਤਪੁਰ ਸਾਹਿਬ ਪਹੁੰਚ ਗਿਆ। ਪਛਤਾਵਾ ਵੀ ਹੋਇਆ, ਐਡੀ ਦੂਰ ਵੀ ਆਇਆ, ਚੋਰੀ ਦਾ ਮੌਕਾ ਨਾ ਮਿਲਿਆ। ਪਰ ਇੱਕ ਮਨ ਅੰਦਰੋਂ ਖੁਸ਼ ਹੋ ਕੇ ਕਹਿੰਦਾ ਇਹ ਤਾਂ 20-25 ਬੰਦੇ ਸੀ, ਇੱਥੇ ਤਾਂ ਸੈਂਕੜੇ ਘੁੰਮਦੇ ਨੇ। ਚਲੋ ਹੁਣ ਕਿਸੇ ਨਾ ਕਿਸੇ ਦਾ ਤਾਂ ਬਣੀ ਜਾਣਾ ਨਾਲ। ਮੈਂ ਕਿਸੇ ਨਾ ਕਿਸੇ ਦੇ ਪੈਸੇ ਕੱਢ ਕੇ ਚੀਜ਼ ਚੁਰਾ ਕੇ ਨਿਕਲ ਜਾਣਾ। ਗੁਰੂ ਦੇ ਦਰ ਦਾ ਸਿਧਾਂਤ ਰਿਹਾ, ਪਹਿਲੇ ਪੰਗਤ ਤੇ ਪਾਛੇ ਸੰਗਤ। ਇਹਦਾ ਕਾਰਨ ਇੱਕ ਅੱਜ ਵੀ ਮੈਂ ਲਾਈਵ ਤੋਂ ਕਿਹਾ। ਠੀਕ ਹੈ, ਲੋਕ ਵਰਤ ਰੱਖਦੇ ਨੇ, ਰੋਜ਼ੇ ਰੱਖਦੇ ਨੇ, ਧਰਮ ਦੀ ਗੱਲ ਹੈ, ਚੰਗੀ ਹੈ। ਪਰ ਹਕੀਕਤ ਇਹ ਹੈ, ਤੁਸੀਂ ਵਰਤ ਰੱਖ ਕੇ ਵੇਖ ਲਓ, ਤੁਹਾਡੀ ਸੁਰਤ ਰੱਬ ਵੱਲ ਘਟ ਜਾਏਗੀ, ਬੰਦੇ ਨੂੰ ਰੋਟੀ ਨਚਿੱਤੇ ਆਏਗੀ। ਇਸ ਲਈ ਗੁਰੂ ਨੂੰ ਇਸ ਗੱਲ ਦਾ ਪਾਤਸ਼ਾਹ ਨੇ ਬਖਸ਼ਿਸ਼ ਕਿਰਪਾ ਕੀਤੀ। ਸਭ ਨੂੰ ਪਤਾ ਸੀ ਭੁੱਖੇ ਭਗਤ ਨਾ ਕੀਜੇ, ਭੁੱਖਿਆਂ ਭਗਤੀ ਨਹੀਂ ਹੋਣੀ। ਕੋਈ ਦੂਰੋਂ ਚੱਲ ਕੇ ਆਇਆ, ਪਹਿਲਾਂ ਪੰਗਤ ਵਿੱਚ ਜਾ ਕੇ ਲੰਗਰ ਛਕ ਲੈ, ਫਿਰ ਸੰਗਤ ਵਿੱਚ ਇਤਮਾਨ ਨਾਲ ਬੈਠੇ, ਉਹਦੀ ਸੁਰਤ ਜੁੜੇਗੀ। ਜਦੋਂ ਪਹਿਲੇ ਪੰਗਤ ਪਾਛੇ ਸੰਗਤ, ਸੰਗਤ ਪਹਿਲਾਂ ਆਉਂਦਿਆਂ ਲੰਗਰ ਛਕਣ ਗਈ, ਉਹ ਚੋਰ ਵੀ ਨਾਲ ਚਲਾ ਗਿਆ। ਜਿਵੇਂ ਸੰਗਤ ਨੇ ਐ ਹੱਥ ਕਰਕੇ ਪ੍ਰਸ਼ਾਦਾ ਲਿਆ, ਦੋਵੇਂ ਹੱਥ ਉਹਨੇ ਵੀ ਇਸ ਤਰ੍ਹਾਂ ਲਿਆ। ਪਹਿਲੀ ਵਾਰ ਉਹਨੇ ਪੰਗਤ ਵਿੱਚ ਛਕਿਆ। ਸੰਗਤ ਨੇ ਛਕਣ ਤੋਂ ਪਹਿਲਾਂ ਮਸਤਕ ਨੂੰ ਪ੍ਰਸ਼ਾਦਾ ਲਾ ਕੇ ਕਿਹਾ, ਸਤਨਾਮ ਸ੍ਰੀ ਵਾਹਿਗੁਰੂ। ਉਹਨੇ ਵੀ ਕਿਹਾ। ਹੁਣ ਇਹਨਾਂ ਚੀਜ਼ਾਂ ਦਾ ਅਸਰ ਤੇ ਹੋਣਾ ਹੀ ਸੀ। ਗੁਰੂ ਦਾ ਛਕਿਆ ਭੋਜਨ ਪ੍ਰਸ਼ਾਦਾ ਛਕਣ ਤੋਂ ਬਾਅਦ ਸੰਗਤ ਚੱਲ ਪਈ ਗੁਰੂ ਦੇ ਦਰਬਾਰ ਵੱਲ। ਚੋਰ ਵੀ ਨਾਲ ਨਾਲ ਹੋ ਤੁਰਿਆ। ਰਾਤ ਪੈ ਗਈ, ਅੱਜ ਤਾਂ ਮੈਂ ਚੋਰੀ ਕਰ ਹੀ ਲੈਣੀ ਹੈ। ਜਦੋਂ ਉਹ ਚੋਰ ਨਾਲ ਤੁਰ ਪਿਆ, ਸੰਗਤ ਵੱਲ ਗਿਆ, ਗੁਰੂ ਦੇ ਦਰਬਾਰ ਵਿੱਚ ਕਦਮ ਰੱਖਣ ਲੱਗਾ, ਉਹਦੇ ਮਨ ਚੋਂ ਆਵਾਜ਼ ਆਈ, ਤੂੰ ਤਾਂ ਚੋਰ ਹੈ, ਤੇਰਾ ਕੀ ਕੰਮ ਹੈ ਗੁਰੂ ਦੇ ਕੋਲ? ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ, 5% ਵੀ ਮਨ ਸਚਿਆਰ ਹੋਵੇ ਨਾ, ਮਾਫ ਕਰਿਓ, ਪੂਰਾ ਪੂਰਾ ਹੋਣਾ ਬਹੁਤ ਔਖਾ ਹੈ। ਇਹ ਤਾਂ ਗੁਰੂ ਹੀ ਨਜ਼ਰ ਦ੍ਰਿਸ਼ਟੀ ਕਰਦਾ ਹੈ। 5-10% ਵੀ ਮਨ ਸਚਿਆਰ ਹੋਵੇ, ਤਜਰਬਾ ਕਰਕੇ ਵੇਖਿਓ। ਜਿਹੜਾ ਥੋੜੀ ਵੀ ਬਾਣੀ ਪੜ੍ਹਦਾ, ਇੱਕ ਜਪਜੀ ਸਾਹਿਬ ਦਾ ਵੀ ਪਾਠ ਕਰਦਾ, ਜਦੋਂ ਤੁਸੀਂ ਨਿਤਨੇਮ ਕਰੋਗੇ ਜਾਂ ਗੁਰਦੁਆਰੇ ਆਓਗੇ, ਇਹ ਤੁਹਾਡਾ ਤਜਰਬਾ ਰਹਿਣਾ। ਪਿਛਲੇ 24 ਘੰਟਿਆਂ ਵਿੱਚ ਜਿਹੜਾ ਸਭ ਤੋਂ ਨਖਿੱਧ ਕੰਮ ਕੀਤਾ, ਉਹ ਤੁਹਾਨੂੰ ਚੇਤੇ ਜ਼ਰੂਰ ਆਉਣਾ। ਆਹ ਮੇਰੇ ਤੋਂ ਗਲਤੀ ਹੋਈ ਹੈ। ਜਦੋਂ ਉਹ ਯਾਦ ਆਵੇ ਨਾ ਕੋਈ ਕਰਮ, ਉਦੋਂ ਗੁਰੂ ਨੂੰ ਰੋਕ ਕੇ ਕਹਿ ਦਿਆ ਕਰੋ, ਦਾਤਾ ਇਹ ਚੋਂ ਤੁਈਓ ਕੱਢ ਸਕਦਾ। ਇਹ ਕਹਿਣਾ ਪੈਣਾ ਗੁਰੂ ਨੂੰ, ਕਿਤੇ ਗਣੋ ਅਸੰਖ ਅਵਗਣ ਮੇਰਿਆ, ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰੇ ਆ। ਮਹਾਰਾਜ ਹੈ ਤੇਰੇ ਜਿੱਦਾਂ ਦੇ ਮਰਜ਼ੀ। ਉਹ ਨਖਿੱਧ ਕਰਮ ਚਿੱਤੇ ਆਉਂਦਾ। ਚੋਰ ਬੜਿਆ ਗੁਰੂ ਦਰਬਾਰ ਵਿੱਚ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਰਬਾਰ 'ਚ ਪੈਰ ਰੱਖਦਿਆਂ ਉਹਦੇ ਮਨ ਨੇ ਕਿਹਾ, ਤੂੰ ਤਾਂ ਚੋਰ ਹੈ, ਤੇਰਾ ਕੀ ਕੰਮ ਹੈ ਗੁਰੂ ਕੋਲ? ਮੱਥਾ ਨਾ ਟੇਕਿਆ, ਪਿੱਛੇ ਬਹਿ ਗਿਆ। ਕੀਰਤਨ ਚੱਲ ਰਿਹਾ, ਪਿੱਛੋਂ ਉੱਚਾ ਹੋ ਕੇ ਵੇਖਦਾ, ਮੋਹਰੇ ਗੁਰੂ ਕੌਣ ਹੈ? ਚੰਦਨ ਦੀ ਚੌਂਕੀ ਤਖਤ ਉੱਤੇ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਵਿਰਾਜਮਾਨ ਨੇ। ਇਹਨੇ ਵੇਖਿਆ, ਇੰਨੀ ਛੋਟੀ ਉਮਰ ਦਾ ਗੁਰੂ, ਇੰਨੀ ਛੋਟੀ ਉਮਰ ਦਾ ਗੁਰੂ। ਅੰਦਰੋਂ ਸਵਾਲ ਉੱਠਿਆ, ਜੇ ਪੂਰਾ ਗੁਰੂ ਹੈ ਫਿਰ ਅੰਤਰਜਾਮੀ ਹੋਣਾ, ਜੇ ਅੰਤਰਜਾਮੀ ਹੈ ਫਿਰ ਗੁਰੂ ਨੂੰ ਪਤਾ ਹੋਣਾ ਮੈਂ ਚੋਰ ਹੈ। ਇਹ ਗੁਰੂ ਨਾਲ ਗੱਲਾਂ ਕਰਨ ਲੱਗ ਪਿਆ। ਮੈਂ ਇੱਕ ਦਿਨ ਅੱਗੇ ਵੀ ਇਹ ਬੇਨਤੀ ਲਾਈਵ ਤੋਂ ਕਹੀ ਸੀ ਦਰਬਾਰ ਸਾਹਿਬ ਤੋਂ, ਉਹ ਭਾਗਾਂ ਵਾਲੀਆਂ ਰੂਹਾਂ ਜਿਹੜੀਆਂ ਗੁਰੂ ਨਾਲ ਸੰਗਤ ਵਿੱਚ ਬਹਿ ਕੇ ਲਾਈਵ ਹੋ ਜਾਣ, ਨਹੀਂ ਤੇ ਬੈਠੇ ਤੁਸੀਂ ਇੱਥੇ ਹੋ ਤੇ ਸੁਰਤ ਕਿਤੇ ਹੋਰ ਗੱਲਾਂ ਕਰਦੀ। ਗੁਰੂ ਨਾਲ ਸਿੱਧਾ ਲਾਈਵ ਹੋ ਜਾਣਾ। ਗੁਰੂ ਬੋਲਦਾ, ਸਿੱਖਾ ਤੈਨੂੰ ਬੁਲਾਉਣਾ ਆਉਣਾ ਚਾਹੀਦਾ। ਉਹ ਸੁਰਤ ਕਰਕੇ ਚੋਰ ਗੱਲਾਂ ਕਰਦਾ। ਜੇ ਗੁਰੂ ਅੰਤਰਜਾਮੀ ਫਿਰ ਤੇ ਜਾਣਦਾ ਹੋਣਾ, ਫਿਰ ਤੇ ਗੁਰੂ ਨੂੰ ਪਤਾ ਮੈਂ ਚੋਰ ਹੈ। ਪਿੱਛੋਂ ਉੱਚਾ ਹੋ ਕੇ ਗੁਰੂ ਵੱਲ ਵੇਖਦਾ, ਸਿੱਧਾ ਗੁਰੂ ਨਾਲ ਗੱਲਾਂ ਕਰਦਾ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਵੀ ਉਹਦੇ ਨਾਲ ਸਿੱਧੇ ਲਾਈਵ ਹੋ ਗਏ। ਉਹ ਸਿੱਖਾ ਤੂੰ ਗੁਰੂ ਨਾਲ ਸਿੱਧਾ ਹੋ ਕੇ ਵੇਖ, ਗੁਰੂ ਤੇਰੇ ਵੱਲ ਸਿੱਧਾ ਹੋ ਜਾਂਦਾ ਹੈ। ਜਦੋਂ ਉਹ ਚੋਰ ਗੁਰੂ ਨਾਲ ਗੱਲਾਂ ਕਰੇ ਤੇ ਗੁਰੂ ਨੇ ਵੀ ਉਧਰ ਹੁਣ ਸੁਰਤ ਕਰ ਲਈ। ਜਿਵੇਂ ਕੀਰਤਨ ਦਾ ਸ਼ਬਦ ਸਮਾਪਤ ਹੋਇਆ, ਬਾਲਾ ਪ੍ਰੀਤਮ ਬੜੀ ਮਿੱਠੀ ਆਵਾਜ਼ ਵਿੱਚ ਬੋਲੇ,
ਸਤਿਗੁਰਾਂ ਦੀ 5.5 ਪੌਣੇ ਕੁ 6 ਸਾਲ ਦੀ ਉਮਰ ਹੈ। ਬੜੀ ਮਿੱਠੀ ਆਵਾਜ਼ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸ਼ਬਦ ਕੀਰਤਨ ਦੀ ਸਮਾਪਤੀ ਤੋਂ ਬੋਲੇ, ਸਿੱਧਾ ਉਹਨੂੰ ਹੀ ਬੋਲਣ ਲੱਗੇ। ਪਾਤਸ਼ਾਹ ਕਹਿੰਦੇ, ਭਾਈ ਜੇ ਕੋਈ ਚੋਰ ਹੋਵੇ, ਸਾਧ ਸੰਗਤ ਜੇ ਕੋਈ ਚੋਰ ਹੋਵੇ, ਚੋਰ ਤਾਂ ਹਿੱਲ ਗਿਆ, ਚੋਰ ਤਾਂ ਮੈਂ ਹੀ ਹੋਇਆ। ਹੁਣ ਗੁਰੂ ਵੀ ਸਿੱਧਾ ਲਾਈਵ ਹੋ ਗਿਆ ਨਾ ਉਹਦੇ ਨਾਲ। ਸਾਹਿਬ ਨੇ ਕਿਹਾ, ਸਾਧ ਸੰਗਤ ਜੇ ਕੋਈ ਚੋਰ ਹੋਵੇ, ਚੋਰ ਦੀ ਜਾਮਣੀ, ਚੋਰ ਦੀ ਹਮੀ, ਚੋਰ ਦੀ ਗਰੰਟੀ, ਤਾਂ ਕੋਈ ਲੋਕ ਸੰਸਾਰ ਸਮਾਜ ਵਿੱਚ ਨਹੀਂ ਲੈਂਦੇ। ਭਾਈ ਦੱਸੋ, ਚੋਰ ਦੀ ਹਮੀ ਦਰਗਾਹ ਵਿੱਚ ਕੌਣ ਭਰੇਗਾ? ਚੋਰ ਤਾਂ ਸਰੀਰ ਪਾਣੀ ਹੋ ਗਿਆ, ਅੰਦਰੋਂ ਕਹਿੰਦਾ ਇਹ ਤੇ ਗੁਰੂ ਅੰਤਰਜਾਮੀ ਹੈ, ਇਹ ਤੇ ਮੇਰੇ ਬਾਰੇ ਕਿ। ਫਿਰ ਇੱਕ ਸਵਾਲ ਹੋਰ ਪੈਦਾ ਹੋ, ਜੇ ਮੈਨੂੰ ਹੀ ਕਹਿੰਦੇ ਨੇ, ਮੇਰਾ ਨਾਮ ਲੈ ਕੇ ਕਹਿਣ ਖਾਂ, ਕਿੰਨਾ ਨੇੜੇ ਹੋ ਗਿਆ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਮਿੱਠੀ ਆਵਾਜ਼ ਵਿੱਚ ਬੋਲੇ, ਚੋਰ ਕੀ ਹਮ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਚੋਰ ਤਾਂ ਪਾਣੀ ਹੋ ਗਿਆ ਨਾ। ਚੋਰ ਕੀ ਹਮ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਸੁਣ ਮਨ ਅੰਦੇ ਕੁੱਤੇ ਕੂੜਿਆਰ, ਬਿਨ ਬੋਲੇ ਬੁਝੇ ਸਚਿਆਰ। ਹੁਣ ਉਹ ਚੋਰ ਅੰਦਰੋਂ ਬੋਲਦਾ, ਜੇ ਮੈਨੂੰ ਕਹਿੰਦੇ ਨੇ ਅੱਖਾਂ ਨੀਵੀਆਂ ਕਰ ਲਈਆਂ, ਨਾਲੇ ਅੰਦਰੋਂ ਕਹਿੰਦਾ ਫਿਰ ਮੇਰਾ ਨਾਮ ਲੈ ਕੇ ਬੋਲਣ। ਉਹਦਾ ਨਾਮ ਇਤਿਹਾਸ ਵਿੱਚ ਆਇਆ ਜੀ, ਜਸਵੰਤ ਰਾਏ। ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਵਾਲਾ ਪ੍ਰੀਤ ਸਿੱਧੇ ਸੰਗਤ ਵਿੱਚ ਉਹਦੇ ਵੱਲ ਵੇਖਦੇ ਨੇ। ਸਭ ਤੋਂ ਪਿੱਛੇ ਬੈਠਾ, ਜਦੋਂ ਉਹਨੇ ਸਿਰ ਉੱਚਾ ਕਰਕੇ ਗੁਰੂ ਵੱਲ ਵੇਖਿਆ, 8ਵੇਂ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ। ਪਾਤਸ਼ਾਹ ਪਿਆਰ ਨਾਲ ਬੋਲੇ, ਜੀ ਤੁਸੀਂ ਅੱਗੇ ਆ ਜਾਓ ਉੱਠ ਕੇ। ਸੰਗਤ ਪਿੱਛੇ ਵੇਖਣ ਲੱਗ ਪਈ, ਕਿਹਨੂੰ ਬੁਲਾ ਰਹੇ ਨੇ ਮਹਾਰਾਜ? ਪਾਤਸ਼ਾਹ ਨੇ ਕਿਹਾ, ਜਸਵੰਤ ਰਾਏ ਜੀ ਤੁਹਾਨੂੰ ਕਹਿ ਰਹੇ, ਤੁਸੀਂ ਅੱਗੇ ਆ ਜਾਓ। ਗੁਰੂ ਚੋਰਾਂ ਨੂੰ ਵੀ ਪਿੱਛੋਂ ਚੁੱਕ ਕੇ ਅੱਗੇ ਬਿਠਾ ਲੈਂਦਾ, ਪਰ ਸ਼ਰਤ ਇਹ ਹੈ, ਤੂੰ ਗੁਰੂ ਕੋਲ ਆ ਕੇ ਮੰਨ ਲੈ ਕਿ ਮੈਂ ਚੋਰ ਹੈ। ਤੂੰ ਮੰਨ ਜਾਏ ਕਿ ਤੂੰ ਚੋਰ ਹੈ, ਤੈਨੂੰ ਗੁਰੂ ਪਿੱਛੋਂ ਚੁੱਕ ਕੇ ਅੱਗੇ ਬਿਠਾ ਲੇਗਾ। ਇਹ ਗੁਰੂ ਦੀ ਸ਼ਰਤ ਹੈ, ਤੈਨੂੰ ਐਡਮਿਟ ਕਰਨਾ ਪਏਗਾ ਮੈਂ ਔਗਣਾ ਨਾਲ ਭਰਿਆ। ਤਾਈਓ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤ ਵੇਲੇ ਹੁਕਮਨਾਮਾ ਆਉਂਦਾ ਹੈ, ਮੁੱਖ ਵਾਕ ਸੁਣਾਉਣ ਤੋਂ ਪਹਿਲਾਂ ਆ ਪੰਕਤੀ ਜ਼ਰੂਰ ਤੱਬਿਆ ਬੈਠੇ ਸਿੰਘ ਸਾਹਿਬ ਕਹਿਣਗੇ ਕਿ ਹਮ ਅਵਗਣ ਭਰੇ ਇੱਕ ਗੁਣ। ਤੈਨੂੰ ਐਡਮਿਟ ਕਰਨਾ ਪੈਣਾ, ਮੰਨਣਾ ਪੈਣਾ ਗੁਰੂ ਅੰਤਰਜਾਮੀ। ਪਰ ਜਦੋਂ ਤੂੰ ਮੰਨ ਜਾਏ, ਅੱਜ ਚੋਰ ਮੰਨਿਆ ਤੇ 8ਵੇਂ ਪਾਤਸ਼ਾਹ ਬੋਲੇ, ਜਸਵੰਤ ਰਾਏ ਜੀ ਤੁਹਾਨੂੰ ਕਹਿ ਰਹੇ ਅੱਗੇ ਆ ਜਾਓ। ਹੁਣ ਗੁਰੂ ਤੱਕ ਆਉਣੇ 20-21 ਕਦਮ ਦੀ ਗੱਲ ਸੀ, ਉਹ 20-21 ਕਦਮ ਸਰੀਰ ਮਿੱਟੀ ਹੋ ਗਿਆ, ਪਾਣੀ ਹੋ ਗਿਆ, ਤੁਰਿਆ ਨਾ ਜਾਏ। ਸੰਗਤ ਵੇਖਦੀ ਹੈ ਤੇ ਸਾਧ ਸੰਗਤ ਉਹ 21 ਕਦਮਾਂ ਵਿੱਚ ਐਂ ਲੱਗਾ ਜਿਵੇਂ 84 ਦਾ ਭਾਰ ਮੁੱਕ ਗਿਆ ਹੋਵੇ। ਆਉਂਦਿਆਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਢਹਿ ਪਿਆ। ਮਹਾਰਾਜ ਮੈਂ ਚੋਰ ਹੈ। ਚੋਰ ਦਾ ਅੱਗੇ ਕੀ ਕੰਮ ਹੈ? ਮਹਾਰਾਜ ਮੈਂ ਤੇ ਚੋਰੀ ਕਰਨ ਤੁਰਿਆ ਹੋਇਆ ਤੁਹਾਡੇ ਦਰਬਾਰ। ਕੋਈ ਪੈਸੇ ਚੜਾ ਰਿਹਾ, ਕੋਈ ਸੇਵਾ ਕਰ ਰਿਹਾ, ਕੋਈ ਦਾਨ ਕਰ ਰਿਹਾ। ਮਹਾਰਾਜ ਮੈਂ ਤੇ ਚੋਰ ਹੈ, ਚੋਰ ਦਾ ਅੱਗੇ ਕੀ ਕੰਮ ਹੈ? 8ਵੇਂ ਪਾਤਸ਼ਾਹ ਨੇ ਪਿਆਰ ਵਿੱਚ ਆ ਕੇ ਕਿਹਾ, ਹੁਣ ਤੂੰ ਚੋਰ ਨਹੀਂ ਰਿਹਾ ਜਸਵੰਤ ਰਾਏ, ਇਹ ਗੁਰੂ ਨਾਨਕ ਦਾ ਘਰ ਹੈ। ਜੇ ਗੁਰੂ ਦੀ ਦ੍ਰਿਸ਼ਟੀ ਪੈ ਜਾਏ, ਇੱਥੇ ਚੋਰ ਵੀ ਸੰਤ ਹੋ ਜਾਂਦੇ ਨੇ। ਅੰਮ੍ਰਿਤ ਦ੍ਰਿਸ਼ਟੀ ਪੈ ਜਾਏ, ਚੋਰ ਵੀ ਸੰਤ ਹੋ ਸਕਦਾ ਹੈ। ਸਾਹਿਬ ਨੇ ਕਿਹਾ, ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਵੇਖੇ ਹੋਏ ਸੰਤ। ਅੰਮ੍ਰਿਤ ਭਰੀ ਦ੍ਰਿਸ਼ਟੀ ਪਾ ਕੇ ਕਿਹਾ, ਜਸਵੰਤ ਰਾਏ ਬੋਲ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨੇ ਚੋਰ ਨਹੀਂ ਰਹਿਣ ਦਿੱਤਾ, ਜਸਵੰਤ ਰਾਏ ਨੂੰ ਸੰਤ ਬਣਾ ਦਿੱਤਾ। ਸਾਧ ਸੰਗਤ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਆਹ ਫਲ ਮਿਲਿਆ। ਮਾਫ ਕਰਿਓ, ਕੱਲਾ ਸਰੀਰ ਦਾ ਦੁੱਖ ਨਹੀਂ, ਸੁਰਤੀ ਦੇ ਦੁੱਖ ਵੀ ਮਿਟ ਜਾਂਦੇ ਨੇ। ਕੱਲਾ ਇਸ ਜਨਮ ਦਾ ਨਹੀਂ, ਜਨਮਾਂ ਜਨਮਾਂ ਦੇ ਦੁੱਖ ਮਿਟ ਜਾਂਦੇ ਨੇ। ਜਨਮ ਮਰਨ ਤੱਕ ਦੁੱਖ ਨਿਵਾਰੇ, ਇਹ ਗੁਰੂ ਦੇ ਕੋਲ ਵਡਿਆਈ ਹੈ। ਸਾਧ ਸੰਗਤ ਉਹ ਜਨਮ ਮਰਨ ਦਾ ਦੁੱਖ ਮਿਟਾ ਦਿੰਦਾ ਹੈ। ਪਰ ਕੋਈ ਗੁਰੂ ਨੂੰ ਲਾਈਵ ਹੋ ਜਾਏ, ਇੱਕ ਵਾਰ ਸਿੱਧਾ ਹੋ ਜਾਏ ਗੁਰੂ ਵੱਲ, ਗੁਰੂ ਨੂੰ ਕਹਿ ਦੇ ਦਾਤਾ ਆਹ ਕੁਝ ਮੇਰੇ ਵਿੱਚ ਔਗਣ ਨੇ। ਫਿਰ ਸਾਧ ਸੰਗਤ ਇਹ ਠੀਕ ਹੈ, ਰਾਜਾ ਮਿਰਜ਼ਾ ਜੈ ਸਿੰਘ ਅੰਦਰੋਂ 50% ਸ਼ਰਧਾ ਸੀ, 50% ਇਹ ਵੀ ਸੀ, ਮੈਨੂੰ ਰਾਜੇ ਨੇ ਕਿਹਾ
पर उन्हें मन भर के कहा दाता जिहड़ा अद्धा कच्चा रह गया हुण उहनूं भी पक्का कर दिया। ये सतगुर ने नदर किरपा की। राजा मिर्जा जय सिंह नूं गुरु ने 100% पका दिता ते जिहड़ी चीज अंदर ओदे महारानी दे पटरानी दे अंदर रह गई कि परख तां लवां ये गुरु है भी कि नहीं, शंका हो जांदा है। गुरु वो है जिहदी वडियाई साहब ने बचन किया कोई भरम रहन ही नहीं दिंदा गुरु। जिस मिले मन होए आनंद सो सतगुर कहिए, मन की दुविधा बिन सजाए हर परम पद लइए फुटो अंडा भरम का मने भया प्रगास गुर काटी बेड़ी पगे ते किन्नी बंद खलास। छटी रख के सरते साहब ने कहा यह भी नहीं राणी, यह भी नहीं राणी, यह भी नहीं राणी। जदों उहदे कोल आए इक्को गल कही, बेटा जिन्हों रब ने राणी बनाया होवे उहनूं नौकरानी नहीं बनना चाहिए। तैनू रब ने राणी बनाया नौकरानी क्यों बनी है? चरनी ढह पई। ऐसी शरदा अंदर प्रेम नाल जागी। मैं कई बार बेनती करदा उन्हां दुनिया में वड्डे वड्डे राजियां ने किले बनाए, महल बनाए, बंगले बनाए, अरबां रुपया लगा तुहाडे सामने ताज महल लोग वेखण जांदे ने, कबूतर बोलते ने, पंछी उड़ते ने, बिठा हुंदियां ने। दुनिया में साध संगत वड्डे वड्डे राजियां ने किले बनाए, महल बनाए, वक्त पै के राजे मर गए, वो किले ते वो महल खंडर हो गए। दुनिया विच इक्को एक बंगला है जिन्हों अज दुनिया बंगला साहब करके पूजदी है। वो पता क्यों? उत्थे मेरे साहब गुरु हरकृष्ण साहब महाराज दे चरण पे वो आम बंगला भी अज बंगला साहब हो गया। समा समाप्त है। आपां गुरु दी वडियाइयां, मेरी हाजरी कल सवेरे भी इत्थे है, उस तो बाद एक हाजरी होर है फिर रात दी इत्थों फरीदाबाद है। समा समाप्त हो गया तो आपां एक गुरु के चरणों में प्यार नाल पंक्ति पढ़ लईए। हे दाता तेरे दर्शन कीतियां दुख मिटदे ने, तैनूं ध्यायां दुख मिटदे ने, पर एक साध संगत ये अंदरों सच करके जाणिओ ध्या भी हो सकदा है जिते गुरु की नज़र होवे, नहीं तो ध्याए नहीं सकते। जे सब नूं ध्याउणा आउंदा होवे ते सारिआं दे दुख मिट जाने चाहिए सी। जे सब नूं गुरु दर्शन करने आउंदे होण ते आपां सारे सुखी हुंदे। दर्शन करने ध्याउणा अपने वस दी गल नहीं। गुरु नूं कह के जाओ दाता सानूं ध्याउणा सिखा दिओ। गुरु हरकृष्ण साहब ध्याई दा किवें है? महाराज गुरु हरकृष्ण साहब ध्याई दा किवें है? ये साडे ते किरपा तरस कर दिओ। इत्थे एक परिवार है, थोड़े दिन पहला मैं हाजरी सी बंगला साहब दी, वो सज्जन संगत शायद आई होवे, उन्होंने असीं रह गए। वो तिन्ने जी ने, बेटा है ते दोवें वो वाइफ हसबैंड ने। उहदे हसबैंड नूं करोना हो गया। तुहानूं पता किदां दे दौर विचों दुनिया लंघी है, लंघ रही है। गड्डी उन्होंने कोल नहीं, आटो वाला कोई आवे ना, आंढ गुआंढ कोई मदद ना करे, रिश्तेदार सकिया ने कह दिता भाई कॉल कर दो एंबूलेंस। एंबूलेंस तो कित्थे आ रही सी? वो जिथे भी फोन करन अगे उहदी ऑक्सीजन घटदी जावे, वो बड़ा दुखी, उहदे कोल ना कोई जावे। ते जिहड़ी उहदे घरों है ना बीबी, वो बड़ी भावना वाली है। हर सिख ने अपने घर में तकरीबन दिल्ली धन गुरु तेग बहादुर साहब महाराज, गुरु हरकृष्ण साहब महाराज का स्वरूप फोटो घर में लाई है। तुसीं याद कर दिओ, प्रेम है, जोत इक्को ही है। दरबार साहब जाओ, तुहाडी रसना तो आपे निकलदा धन गुरु रामदास जी। वो माई कहती फिर रस्ता नहीं कोई रहा, जदों सके ना कोई आए, एंबूलेंस ना आवे। इंज लगा बेटा भी मेरा कहन लग पिया कि मम्मा तुसी पापा तो परां रहो। 90% तो नहीं मान लिया, इनू हुण नहीं बचा सकता कोई। उन्हें आप भी कह दिता कि मैं तो मेरा माड़ा मोटा पुछ लो जो कुछ है, कम हुण मैं नहीं बचना। तो आप वो भैन जी दसन तो कहते को रस्ता रह गया। एकदम सुरत विच आया, जाके घर जिहड़ी फोटो लगी ना गुरु हरकृष्ण साहब महाराज धन गुरु तेग बहादुर साहब महाराज दी, जाके सी झुका के रो पे पल्ला अड्ड के, दाता तू तो वड्डे वड्डे दुख हटा दिना, साडा हुण कोई नहीं, तुसीं किरपा तरस करो। उत्थे उन्हें जल रखे ते साध संगत उन्हें अरदास करके माई ने रो के गुरु नूं ध्या के। देखो ध्याना आ जाए किसी नूं, दुख तो ऐ मिटदा, ध्याना ही नहीं आउंदा सानूं। ਉਹਦੇ ਲਈ ਗੁਰੂ ਅੱਗੇ ਅਰਦਾਸ ਕਰਨੀ ਪਈ। ਜਦੋਂ ਉਹਨੇ ਧਿਆ ਕੇ ਅੱਖਾਂ ਭਰ ਕੇ ਰੋ ਕੇ ਕਿਹਾ ਦਾਤਾ ਹੁਣ ਤੇਰੇ ਬਗੈਰ ਹੋਰ ਕੋਈ ਨਹੀਂ, ਉਹ ਜਲ ਲਿਆ ਕੇ ਉਹਨੇ ਘਰ ਵਾਲੇ ਨੂੰ ਛਕਾਇਆ। ਜਿਹੜੀ ਦਵਾਈ ਕਿਸੇ ਨੇ ਦੱਸੀ ਸੀ ਉਹ ਮੈਡੀਸਨ ਦੇਣ ਲੱਗ ਪਏ। 2.5 ਘੰਟਿਆਂ ਬਾਅਦ ਉਹੀ ਉਹ ਬੰਦਾ ਘਰ ਵਾਲੀ ਨੂੰ ਕਹਿੰਦਾ ਹੁਣ ਨਹੀਂ ਮਰਦਾ, ਮੈਨੂੰ ਲੱਗਦਾ ਮੈਂ ਠੀਕ ਹੋ ਰਿਹਾ।
ਕਿਸੇ ਹਸਪੀਟਲ ਨਹੀਂ ਗਏ, ਕੋਈ ਆਕਸੀਜਨ ਦਾ ਸਿਲੰਡਰ ਨਹੀਂ ਲਿਆਂਦਾ। ਜਿਹੜੀ ਦਵਾਈ ਘਰ ਵਿੱਚ ਸੀ ਉਸੇ ਦਵਾਈ ਨਾਲ ਸਾਧ ਸੰਗਤ 2.5 ਘੰਟੇ ਬਾਅਦ ਕੁਝ ਹੋਰ, ਰਾਤੀ 8 ਵਜੇ ਹਾਲਾਤ ਕੁਝ ਹੋਰ, ਕੱਲ ਸਵੇਰੇ ਉੱਠ ਕੇ ਉਹਨੇ ਆਪੇ ਹੀ ਇਸ਼ਨਾਨ ਕਰਕੇ ਕਿਹਾ ਮੈਂ ਬਿਲਕੁਲ ਠੀਕ ਹੈ। ਅੱਜ ਉਹ ਬੰਦਾ ਵਧੀਆ ਤੰਦਰੁਸਤ ਹੈ। ਜੇ ਗੁਰੂ ਨੂੰ ਧਿਆਣਾ ਆ ਜਾਏ, ਗੁਰੂ ਸਾਧ ਸੰਗਤ ਤੇ ਚੀਜ਼ਾਂ ਰਹਿਣ ਹੀ ਨਹੀਂ ਦਿੰਦਾ। ਤੁਸੀਂ ਭਾਗਾਂ ਵਾਲੇ ਹੋ। ਆਓ ਇੱਕ ਵਾਰ ਗੁਰੂ ਨੂੰ ਤਰਲਾ ਲੈ ਕੇ ਕਹੀਏ, ਦਾਤਾ ਕਿਰਪਾ ਕਰੋ ਅਸੀਂ ਤੁਹਾਨੂੰ ਧਿਆ ਸਕੀਏ, ਇਹ ਸੋਝੀ ਬਖਸ਼ੋ। ਗੱਜ ਕੇ ਪਿਆਰ ਨਾਲ ਕਹੋ, ਫਿਰ ਸਮਾਪਤੀ ਹੈ। ਸਾਰੇ ਪਿਆਰ ਨਾਲ ਆਖਿਓ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ, ਸ਼੍ਰੀ ਵਾਹ ਵਾਹ, ਸ਼੍ਰੀ ਹਰਿ ਜਿਸ ਡਿਠੇ ਸਭ ਦੁੱਖ ਜਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ, ਜਿਸ ਡਿਠੇ ਸਭ ਦੁੱਖ, ਸ਼੍ਰੀ ਹਰਿ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ, ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ, ਕਰ ਨੋ ਨਿਧ ਹਵੇ ਧਾਏ, ਸਭ ਥਾਈ ਹੋਏ ਸਾ। ਸਤਿਗੁਰੂ ਕਿਰਪਾ ਤਰਸ ਕਰਨ, ਤੁਹਾਡੀ ਹਾਜ਼ਰੀ ਪ੍ਰਵਾਨ ਹੋਵੇ। ਅਸੀਸ ਦਿਓ, ਅਸੀਂ ਇਕੱਲੇ ਕਹਿਣ ਜੋਗੇ ਨਾ ਰਹਿ ਜਾਈਏ। ਤੁਹਾਡੀ ਚਰਨ ਧੂੜ ਨਾਲ ਅਸੀਂ ਵੀ ਜੀਵਨ ਵਿੱਚ ਕਮਾ ਸਕੀਏ, ਤਾਂ ਜੋ ਇਹ ਜੀਵਨ ਜਨਮ ਸਤਿਗੁਰੂ ਦੇ ਚਰਨਾਂ ਵਿੱਚ ਲਿਖੇ ਵਿੱਚ ਲੱਗ ਸਕੇ। ਸਮੂਹ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਔਰ ਬਹੁਤ ਧੰਨਵਾਦ ਹੈ ਸਮੂਹ ਪ੍ਰਬੰਧਕਾਂ ਦਾ, ਵੀਰ ਅਮਰਜੀਤ ਸਿੰਘ ਜੀ, ਪੈਂਕੀ ਵੀਰ ਜੀ, ਉਹਨਾਂ ਦੇ ਸੁਪੁੱਤਰ ਭਾਈ ਪਾਹੁਲ ਸਿੰਘ ਜੀ, ਔਰ ਸਮੂਹ ਨਾਲ ਦੇ ਸਹਿਯੋਗੀ ਵੀਰਾਂ ਦਾ, ਜਿਨ੍ਹਾਂ ਤੋਂ ਸਤਿਗੁਰੂ ਸੇਵਾ ਲੈ ਰਹੇ ਨੇ। ਇਸੇ ਤਰ੍ਹਾਂ ਪਾਤਸ਼ਾਹ ਇਹਨਾਂ ਤੋਂ ਸੇਵਾ ਲੈਣ। ਦਾਸਰੇ ਨੂੰ ਇੱਥੇ ਛੁੱਟੀ ਬਖਸ਼ੋ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਅਸੀਸ ਦਿਓ ਤੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸਨ ਪੰਥ